ਅਕਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮਹਿਤਾਸ ਮੈਂ ਰੰਚਕ ਨਾਹਿਨ ਭੇਵ। ਗਿਰਨ ਚੜ ਜਾਏ ਆਂਦ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾ ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਕੇ ਰਹੇ ਨੌਵੇਂ ਆਦਿਤਖ ਸੁਕਲ ਮਹਿ ਬਿਦਤੀ ਜਗਤ ਆਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਬੜਾਵਨ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ ਔਰ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਜੀ ਦੁਆਰਾ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਕਤੀ ਚੰਡੀ ਨੂੰ ਪ੍ਰਗਟ ਕਰਨ ਦਾ ਸੰਗਤ ਜੀ ਇਸ ਪ੍ਰਸੰਗ ਦੀ ਆਪ ਕਥਾ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਆਪ ਪਰਮੇਸ਼ਰ ਰੂਪ ਹਨ ਔਰ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ। ਕੇਵਲ ਸੰਸਾਰ ਦੇ ਲੋਕਾਂ ਨੂੰ ਉਹ ਸ਼ਕਤੀ ਦੇ ਦਰਸ਼ਨ ਕਰਾਉਣ ਵਾਸਤੇ ਆਪ ਕਿਵੇਂ ਸਾਧਨਾ ਕਰੀਦੀ ਹੈ, ਕਿਵੇਂ ਪਰਮੇਸ਼ਰ ਦਾ ਨਾਮ ਜਪੀਦਾ ਹੈ, ਕਿਵੇਂ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਤੱਖ ਕਰੀਦਾ ਹੈ, ਇਹ ਜਾਚ ਸਿਖਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਨੈਣਾ ਦੇਵੀ ਦੇ ਪਹਾੜ ਉੱਤੇ ਇਹ ਪ੍ਰਯੋਗ ਆਰੰਭ ਕੀਤਾ ਸੀ। 11ਵੇਂ ਮਹੀਨੇ ਸਾਧ ਸੰਗਤ ਜੀ ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਦੇ ਪ੍ਰਤੱਖ ਦਰਸ਼ਨ ਹੋਣ ਦੇ ਲੱਛਣ ਪ੍ਰਤੱਖ ਨਜ਼ਰ ਆਉਣ ਲੱਗ ਪਏ ਸਨ ਅਤੇ ਪੰਡਿਤ ਕੇਸੋ ਦਾਸ ਜੀ ਛੁੱਟੀ ਲੈ ਕੇ ਥੱਲੇ ਚਲੇ ਗਏ ਪਹਾੜ ਤੋਂ। ਅਸ਼ਟਮੀ ਵਾਲੇ ਦਿਨ ਹੀ ਅਤੇ ਨੌਵੀਂ ਵਾਲੇ ਦਿਨ ਇਹ ਕੌਤਕ ਵਰਤਿਆ ਹੈ। ਆਓ ਇਹ ਕਥਾ ਬੜੇ ਪ੍ਰੇਮ ਦੇ ਨਾਲ ਆਪ ਜੀ ਸਰਵਣ ਕਰੋ। ਮਨ ਬਿਰਤੀਆਂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡੇਢ ਪਹਿਰ ਦਿਨ ਕੇ ਰਹੇ ਨੌਵੀਂ ਆਦਿਤਵਾਰ। ਸਾਧ ਸੰਗਤ ਜੀ, ਜਦੋਂ ਚੇਤਰ ਦੇ ਸ਼ੁਕਲ ਪੱਖ ਦੀ ਨੌਵੀਂ ਆਈ ਹੈ, ਚਾਨਣੇ ਪੱਖ ਦੀ ਨੌਵੀਂ ਤਿਥੀ ਹੈ, ਐਤਵਾਰ ਦਾ ਦਿਨ ਹੈ ਅਤੇ ਦਿਨ ਵੀ ਡੇਢ ਪਹਿਰ ਬਾਕੀ ਰਹਿ ਗਿਆ ਹੈ, ਯਾਨੀ ਸ਼ਾਮ ਦੇ 3-4 ਵਜੇ ਦਾ ਸਮਾਂ ਹੋ ਗਿਆ ਹੈ। ਚੇਤ ਮਾਸ ਪਖ ਸੁਕਲ ਮਹਿ ਬਿਦਤੀ ਜਗਤ ਆਧਾਰ। ਚੇਤਰ ਦਾ ਮਹੀਨਾ ਚਾਨਣਾ ਪੱਖ ਹੈ, ਨੌਵੀਂ ਤਿਥੀ ਹੈ, ਐਤਵਾਰ ਦਾ ਦਿਨ ਹੈ, ਡੇਢ ਪਹਿਰ ਦਿਨ ਬਾਕੀ ਬਚਿਆ ਹੈ। ਉਸ ਸਮੇਂ ਅਕਾਲ ਪੁਰਖ ਪਰਮੇਸ਼ਰ ਜੀ ਦੀ ਸ਼ਕਤੀ ਚੰਡੀ ਪ੍ਰਗਟ ਹੋਈ ਹੈ। ਸਵਈਆ ਪੌਨ ਪ੍ਰਚੰਡ ਅਖੰਡ ਦਿਸ਼ਾ। ਸਾਧ ਸੰਗਤ ਜੀ, ਉਸ ਵੇਲੇ ਬੜੀ ਤੇਜ਼ ਹਨੇਰੀ ਹਵਾ ਚੱਲਣ ਲੱਗੀ ਹੈ ਔਰ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਹ ਹਵਾ ਜਿਹੜੀ ਹੈ ਬੜੇ ਸ਼ੁਕਾਟੇ ਪਾ ਰਹੀ ਹੈ। ਮੰਡਲ ਮਹਿ ਬੜ ਧੂਲ ਉਡਾਈ। ਔਰ ਜਗਤ ਦੇ ਵਿੱਚ ਬੜੀ ਭਾਰੀ ਧੂੜ ਉੱਡੀ ਹੈ। ਜਿਸ ਦਿਨ ਬਿਦਤੀ ਜਗਤ ਆਧਾਰ, ਜਗਤ ਦਾ ਆਸਰਾ ਰੂਪ ਪਰਮੇਸ਼ਰ ਦੀ ਚੰਡੀ ਨੇ ਪ੍ਰਗਟ ਹੋਣਾ ਹੈ, ਉਸ ਤੋਂ ਪਹਿਲਾਂ ਦਾ ਜੋ ਵਰਤਾਰਾ ਹੈ, ਮੈਂ ਮੰਡਲ ਮੈਂ ਬੜ ਧੂਲ ਉਡਾਈ, ਕਹਿੰਦੇ ਧਰਤੀ ਤੋਂ ਧੂੜ ਉੱਡ ਕੇ ਆਕਾਸ਼ ਨੂੰ ਜਾ ਚੜ੍ਹੀ ਹੈ। ਬਹੁਤ ਜ਼ਿਆਦੀਆਂ ਹਨੇਰੀਆਂ ਤੇ ਤੂਫਾਨ ਆਏ ਹਨ ਔਰ ਬੜੀ ਘੋਰ ਘਟਾ ਚਾਰੇ ਪਾਸਿਆਂ ਤੋਂ ਕਾਲੇ ਬੱਦਲ ਚੜ੍ਹ ਕੇ ਆਏ ਹਨ ਔਰ ਬੱਦਲ ਬੜੇ ਗਰਜ ਕੇ
ਉਮੜ ਉਮੜ ਕੇ ਆਏ ਹਨ, ਕਾਲੀਆਂ ਕਢਾਵਾਂ ਉਮੜ ਉਮੜ ਕੇ ਆਈਆਂ ਹਨ। ਦੀਰਘ ਦਾਰੁਣ ਦਾਸ ਦਸੋ। ਆ ਕਹਿੰਦੇ ਬੜੀਆਂ ਭਿਆਨਕ ਦੀਰਣ ਦਾਰਣ ਨਾਦ ਦਸੋ ਦਿਸ। ਕਹਿੰਦੇ ਬੜਾ ਹੀ ਭਿਆਨਕ ਆਵਾਜ਼ਾਂ, ਬੜਾ ਭਿਆਨਕ ਡਰਾਉਣੀ ਸੁਰ ਦਸੋ ਦਿਸ਼ਾ ਦੇ ਵਿੱਚ। ਯੋ ਕੜਕਿਓ ਤੜਤਾ ਤੜਫਾਈ। ਇਸ ਤਰ੍ਹਾਂ ਆਕਾਸ਼ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਨੇ ਜਿਵੇਂ ਬਿਜਲੀ ਤੜਫ ਕੇ ਕੜਕ ਪਈ ਹੋਵੇ। ਜਿਵੇਂ ਬਿਜਲੀ ਕੜਕਦੀ ਹੈ ਨਾ, ਇੱਦਾਂ ਦੀ ਗੜਗੜਾਹਟ ਉਸ ਵੇਲੇ ਸੁਣਾਈ ਦਿੱਤੀ ਹੈ। ਇਹ ਸਭ ਲੱਛਣ ਬੀਚ ਆਕਾਸ਼। ਇਹ ਸਾਰੇ ਲੱਛਣ ਆਕਾਸ਼ ਵਿੱਚ ਹੋ ਰਹੇ ਨੇ। ਧਰਤੀ ਤੇ ਭੂਚਾਲ ਆ ਰਹੇ ਨੇ, ਹਨੇਰੀਆਂ ਤੂਫਾਨ ਚੱਲ ਰਹੇ ਨੇ। ਯਾਨੀ ਜਿਹੜੇ ਪੰਜੇ ਤੱਤ ਹਨ, ਧਰਤੀ ਹੈ, ਜਲ ਹੈ, ਅਗਨੀ ਹੈ, ਵਾਯੂ ਹੈ ਔਰ ਸਭ ਤੋਂ ਵੱਡਾ ਆਕਾਸ਼ ਹੈ। ਇਹਨਾਂ ਪੰਜਾਂ ਤੱਤਾਂ ਦੇ ਵਿੱਚ ਹਲਚਲ ਮਚ ਗਈ ਹੈ, ਖਲਬਲੀ ਮਚ ਗਈ ਹੈ। ਪ੍ਰਕਾਸ਼ ਭਏ ਡਰ ਦੇ ਸਮੁਦਾਈ। ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਤਨੀ ਰੋਸ਼ਨੀ ਹੋ ਗਈ ਹੈ, ਇਤਨੇ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਹੈ ਕਿ ਸਾਰਿਆਂ ਨੂੰ ਡਰ ਲੱਗਣ ਲੱਗ ਪਿਆ ਹੈ। ਸਾਰੀ ਸ੍ਰਿਸ਼ਟੀ 33 ਕਰੋੜ ਦੇਵੀ ਦੇਵਤਾ ਵੀ ਭੈ ਵਿੱਚ ਚੱਲੈ, ਲੱਖ ਦਰਿਆਓ। ਜਿਹੜੀ ਮਹਾਰਾਜ ਨੇ ਭੈ ਦੀ ਅਵਸਥਾ ਵਰਣਨ ਕੀਤੀ ਹੈ ਨਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰ ਨਾਥ, ਭੈ ਵਿੱਚ ਆਡਾਣੇ ਆਕਾਸ਼। ਉਹਨਾਂ ਸਾਰੀਆਂ ਸ਼ਕਤੀਆਂ ਨੂੰ ਵੀ ਭੈ ਲੱਗਣ ਲੱਗ ਪਿਆ ਹੈ। ਭੂਮ ਵਿਖੈ ਭੁਚਾਲ ਵਿਸਾਲ। ਔਰ ਧਰਤੀ ਤੇ ਬੜਾ ਭਾਰੀ ਭੂਚਾਲ ਆ ਰਿਹਾ ਹੈ। ਧਰਤੀ ਜਿਹੜੀ ਹੈ ਥਰ ਥਰ ਕੰਬਣ ਲੱਗ ਪਈ ਹੈ। ਕਾਲ ਭਇਓ ਭੈ ਦਾ ਸਮੁਦਾਈ। ਔਰ ਬੜਾ ਭਿਆਨਕ ਡਰਾਉਣਾ ਸਾਧ ਸੰਗਤ ਜੀ ਸੀਨ ਬਣ ਗਿਆ ਹੈ। ਸਾਰੇ ਹੀ ਭੈ ਭੀਤ ਹੋ ਗਏ ਹਨ। ਡੋਲ ਡਗਾ ਮਗ ਭੇੜ ਪਹਾੜ। ਔਰ ਵੱਡੇ ਵੱਡੇ ਪਹਾੜ ਆਪਸ ਭਿੜਨ ਲੱਗ ਪਏ ਹਨ। ਡੋਲ ਡੋਲ ਕੇ ਨਾ ਪਹਾੜ ਤੇ ਪਹਾੜਾਂ ਦੀਆਂ ਚੋਟੀਆਂ ਆਪਸ 'ਚ ਖਹਿਣ ਲੱਗ ਪਈਆਂ ਹਨ। ਦੜਾ ਦੜ ਸ਼੍ਰਿੰਗ ਟੁੱਟੈ ਅਧਿਕਾਈ। ਵੱਡੇ ਵੱਡੇ ਪਹਾੜਾਂ ਦੀਆਂ ਚੋਟੀਆਂ ਦੜਾ ਦੜ ਟੁੱਟ ਕੇ ਧਰਤੀ ਤੇ ਖੱਡਾਂ 'ਚ ਡਿੱਗ ਰਹੀਆਂ ਹਨ। ਪਹਾੜ ਪਾਟਣ ਲੱਗ ਪਏ ਹਨ। ਇਸ ਤਰ੍ਹਾਂ ਦਾ ਉਸ ਵੇਲੇ ਅਨੁਭਵ ਹੋ ਰਿਹਾ ਹੈ। ਭੈ ਸਾਰਿਆਂ ਨੂੰ ਡਰ ਲੱਗ ਰਿਹਾ ਹੈ। ਸਿੰਧ ਨਦੀ ਉਛਲੈ ਛਲਕੈ। ਔਰ ਸਮੁੰਦਰ ਉਛਾਲੇ ਮਾਰਨ ਲੱਗ ਪਿਆ ਹੈ। ਨਦੀਆਂ ਦੇ ਵਿੱਚ ਬੜਾ ਭਾਰੀ ਤੇਜ਼ ਤੂਫਾਨ ਆ ਗਿਆ। ਨਦੀਆਂ ਉਛਲ ਰਹੀਆਂ ਹਨ। ਮੱਛ ਕੱਛ ਰਾਛਸ ਯੋਂ ਡਰ ਪਾਈ। ਕਹਿੰਦੇ ਬੜੇ ਬੜੇ ਮਗਰਮੱਛ ਤੇ ਸਮੁੰਦਰ ਦੇ ਵੱਡੇ ਵੱਡੇ ਕੱਛੂ ਤੇ ਰਾਖਸ਼ ਵੀ ਸਾਰੇ ਡਰ ਗਏ ਹਨ। ਕਾਨਨ ਤੇ ਉਖਰੇ ਤਰ ਦੀਰਘ। ਔਰ ਜੰਗਲਾਂ ਵਿੱਚ ਵੱਡੇ ਵੱਡੇ ਦਰਖਤ ਜਿਹੜੇ ਨੇ ਜੜ੍ਹਾਂ ਤੋਂ ਪੱਟੇ ਗਏ ਨੇ। ਮੂਲ ਮਹਾਦ੍ਰਿੜ ਕਾਂਡ ਵਢਾਈ। ਜਿਨ੍ਹਾਂ ਦੀਆਂ ਬੜੀਆਂ ਵੱਡੀਆਂ ਡੂੰਘੀਆਂ ਜੜ੍ਹਾਂ ਸਨ, ਉਹ ਜੜ੍ਹਾਂ ਤੋਂ ਹੀ ਪੁੱਟੇ ਗਏ ਨੇ। ਵੱਡੇ ਵੱਡੇ ਜਿਨ੍ਹਾਂ ਦੇ ਕਾਂਡ ਟਾਹਣੇ ਸਨ, ਉਹ ਵੀ ਟੁੱਟ ਟੁੱਟ ਪੈਂਦੇ ਨੇ। ਨਭ ਭੂਮ ਮੈਂ ਸ਼ੋਰ ਪਰਿਓ। ਏਦਾਂ ਧਰਤੀ ਆਕਾਸ਼ ਵਿੱਚ ਸ਼ੋਰ ਪੈ ਗਿਆ ਹੈ। ਚੱਕਣ ਤਰਾਸ ਪ੍ਰਲੈ ਕਹੋ ਮਾਨਿਓ। ਚੌ ਚੱਕਣ ਤਰਾਸ ਪਰਲੇ ਕੋ ਮਾਨਿਓ। ਚੌਹਾਂ ਚੱਕਾਂ ਨੇ ਭੈ ਮੰਨਿਆ। ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਸਾਧ ਸੰਗਤ ਜੀ ਇਹ ਪਰਲਾ ਦਾ ਅਨੁਮਾਨ ਕਰਨ ਲੱਗ ਪਏ ਨੇ ਵੀ ਹੁਣ ਪਰਲੋ ਆ ਗਈ। ਬਸ ਥੋੜੇ ਮਿੰਟਾਂ ਵਿੱਚ ਹੀ ਦੁਨੀਆ ਖਤਮ ਹੋ ਜਾਣੀ ਹੈ। ਸਾਰੇ ਪਾਸੇ ਤੈਸ਼ ਨੈਸ਼ ਹੋ ਜਾਣੀ ਹੈ। ਜਿਵੇਂ ਮੁਸਲਮਾਨ ਵੀਰ ਕਿਆਮਤ ਕਹਿੰਦੇ ਨੇ, ਜਦੋਂ ਸਮੁੰਦਰ ਦਾ ਪਾਣੀ ਉਛਲ ਕੇ ਧਰਤੀ ਤੇ ਆ ਜਾਵੇ ਔਰ ਸਾਰੇ ਪਹਾੜ ਡਗਮਗਾ ਜਾਣ, ਭੂਚਾਲ ਆਉਣ, ਤੂਫਾਨ ਆਉਣ, ਹਨੇਰੀਆਂ ਆਉਣ, ਮਹਾਂਮਾਰੀਆਂ ਫੈਲ ਜਾਣ ਔਰ ਦੁਨੀਆ ਸਮੇਟੀ ਜਾਵੇ, ਇਦਾਂ ਦਾ ਹਾਲਾਤ ਬਣ ਗਿਆ ਹੈ। ਦੀਰਘਨਾਦ ਸੁਣਿਓ ਸਭ ਹੂੰ। ਉਹ ਪਰਲੋਸ ਦੀ ਆਵਾਜ਼ ਸਾਰੇ ਪਾਸੇ ਸੁਣਾਈ ਦਿੱਤੀ ਹੈ। ਇਸ ਮੈਂ ਮਤ ਹੋਏ ਕਛੂ ਨਹਿ ਜਾਣਿਓ। ਔਰ ਡਰਦੇ ਹੋਏ ਸਾਰੇ ਬੜੇ ਭੈ ਭੀਤ ਹੋ ਕੇ ਆਪਣੀ ਆਪਣੀ ਥਾਂ ਤੇ ਸੁੰਗੜ ਗਏ ਨੇ। ਸਭ ਦੇਵੀ ਦੇਵਤੇ ਵੀ ਡਰ ਗਏ ਨੇ। ਪਤਾ ਨਹੀਂ ਕੀ ਹੋਣ ਲੱਗਾ ਹੈ। ਕੋਈ ਐਸਾ ਭਿਆਨਕ ਸਮਾਂ ਆ ਗਿਆ ਹੈ ਵੀ ਧਰਤੀ ਤਾਂ ਸਾਰੀ ਥਰ ਥਰ ਕੰਬ ਰਹੀ ਹੈ। ਪਹਾੜ ਡੋਲ ਰਹੇ ਨੇ, ਤੂਫਾਨ ਆ ਰਹੇ ਨੇ, ਹਨੇਰੀਆਂ ਆ ਰਹੀਆਂ ਨੇ ਔਰ ਉੱਪਰੋਂ ਆਕਾਸ਼ ਦੇ ਵਿੱਚੋਂ ਬੜੀਆਂ ਭਿਆਨਕ ਡਰਾਉਣੀਆਂ ਆਵਾਜ਼ਾਂ ਆ ਰਹੀਆਂ ਨੇ। ਇਹ ਸਾਰਾ ਕੁਝ ਦੇਖ ਕੇ ਦੁਨੀਆ ਤਰਾ ਕਰ ਉੱਠੀ ਹੈ। ਫੂਟ ਪਰੈ ਬ੍ਰਹਮੰਡ ਅਖੰਡ ਹੀ। ਇਸ ਤਰ੍ਹਾਂ ਲੱਗਣ ਲੱਗ ਪਿਆ ਵੀ ਸਾਰਾ ਹੀ ਬ੍ਰਹਮੰਡ ਟੁੱਟ ਜਾਏਗਾ। ਟੋਟੇ ਟੋਟੇ ਹੋ ਜਾਣਗੇ, ਖਿੱਲਰ ਜਾਏਗੀ ਧਰਤੀ ਸਾਰੀ।
ਖਿੱਲਰ ਜਾਏਗਾ ਸਮੁੰਦਰ ਸਾਰਾ, ਖਿੱਲਰ ਜਾਣਗੇ ਚੰਦ ਸੂਰਜ ਤਾਰੇ ਗ੍ਰਹਿ ਨਛੱਤਰ, ਗਲੈਕਸੀ ਦੇ ਵਿੱਚ ਜੋ ਕੁਝ ਵੀ ਹੈ ਸਭ ਤਹਿਸ਼ ਨਹਿਸ਼ ਹੋ ਜਾਵੇਗਾ। ਇਸ ਤਰ੍ਹਾਂ ਲੋਕਾਂ ਨੂੰ ਅਨੁਭਵ ਦੇ ਵਿੱਚ ਆਇਆ ਹੈ। ਸੰਸਾਰ ਦੇ ਜਿੰਨੇ ਰਿਸ਼ੀ ਮੁਨੀ ਸਾਧੂ ਤਪਸਵੀ ਉਹ ਵੀ ਸਾਰੇ ਅਚੰਭੇ 'ਚ ਪੈ ਗਏ ਹਨ। ਕਹਿ ਬਚ ਜਾਏ ਕਿਨੂੰ ਬਲ ਠਾਨਿਓ, ਕਹਿੰਦੇ ਇਹ ਕੀ ਪਤਾ ਉਜੜ ਜਾਵੇ ਸਾਰਾ ਕੁਝ, ਜਾਂ ਕੀ ਪਤਾ ਸਾਰਾ ਕੁਝ ਹੀ ਬਚਾਉਣ ਲਈ ਪਰਮਾਤਮਾ ਨੇ ਕਿਸੇ ਨੂੰ ਬਲ ਦਿੱਤਾ ਹੋਵੇ। ਰਿਸ਼ੀ ਮੁਨੀ ਸਾਧੂ ਸੰਤ ਜਿਹੜੇ ਅਧਿਆਤਮਿਕ ਵਿੱਦਿਆ ਦੇ ਮਾਹਰ ਹਨ, ਜਿਹੜੇ ਧਿਆਨ ਸਾਧਨਾ ਵਿੱਚ ਰਤ ਹੋ ਕੇ ਕਈ ਸਾਲਾਂ ਤੋਂ ਯੁੱਗਾਂ ਤੋਂ ਬੈਠੇ ਹੋਏ ਹਨ, ਉਹ ਇਹ ਅਨੁਭਵ ਕਰਨ ਲੱਗ ਪਏ ਨੇ ਜਾਂ ਤਾਂ ਧਰਤੀ ਦਾ ਅੰਤ ਆ ਗਿਆ ਹੈ ਤੇ ਜਾਂ ਫਿਰ ਧਰਤੀ ਦੀ ਰੱਖਿਆ ਵਾਸਤੇ ਕੋਈ ਵੱਡਾ ਪਰਮੇਸ਼ਰ ਨੇ ਕੌਤਕ ਰਚਣਾ ਹੈ। ਉਹ ਉਤਪਾਤ ਕੋ ਹੇਤ ਮਹਾਨ, ਇਸ ਉਤਪਾਤ ਦਾ ਕਾਰਨ ਕੀ ਹੈ? ਐਡਾ ਵੱਡਾ ਇੰਨਾ ਵਿਨਾਸ਼ ਕਿਉਂ ਹੋਣ ਲੱਗਾ ਹੈ? ਧਿਆਨ ਵਿਨਾਸ਼ ਸਮਾਨ ਪਛਾਨਿਓ, ਇਹਦਾ ਬੜਾ ਭਿਆਨਕ ਡਰਾਉਣਾ ਸਮਾਂ ਆ ਗਿਆ, ਬੜਾ ਵੱਡਾ ਉਪਦਰਵ ਹੋ ਰਿਹਾ ਹੈ। ਲੱਗਦਾ ਧਰਤੀ 5-7 ਮਿੰਟਾਂ ਵਿੱਚ ਹੀ ਖਤਮ ਹੋ ਜਾਏਗੀ ਔਰ ਧਰਤੀ ਤੇ ਰਹਿਣ ਵਾਲੀਆਂ 84 ਲੱਖ ਜੂਨਾਂ, ਸਮੁੰਦਰ ਦੀਆਂ ਜੂਨਾਂ, ਧਰਤੀ ਦੀਆਂ ਜੂਨਾਂ, ਆਕਾਸ਼ 'ਚ ਉੱਡਣ ਵਾਲੀਆਂ ਜੂਨਾਂ, ਸਭ ਕੁਝ ਜੀਵਨ ਦਾ ਜਿਹੜਾ ਇਸ ਸੰਸਾਰ ਵਿੱਚ ਹੋ ਰਿਹਾ ਹੈ ਇਹ ਸਾਰਾ ਹੀ ਸਮਾਪਤ ਹੋ ਜਾਏਗਾ। ਭੰਗੀ ਛੰਦ ਪ੍ਰਗਟੀ ਜਗਰਾਨੀ ਸਭ ਗੁਣ ਖਾਨੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਅਕਾਲ ਪੁਰਖ ਦੀ ਸ਼ਕਤੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਉਹ ਆਦ ਸ਼ਕਤੀ, ਉਹ ਆਦ ਚੰਡਕਾ ਸਾਧ ਸੰਗਤ ਜੀ ਪ੍ਰਗਟ ਹੋਈ, ਪ੍ਰਗਟੀ ਜਗਰਾਨੀ ਸਭ ਗੁਣ ਖਾਨੀ, ਜੋ ਸਾਰੇ ਗੁਣਾਂ ਦੀ ਖਾਨ ਹੈ, ਉਹਦੇ 'ਚ ਸਾਰੀ ਵਿਦਿਆ ਹੈ, ਸਾਰੇ ਗੁਣ ਹਨ, ਕਿਉਂਕਿ ਉਹ ਆਦ ਸ਼ਕਤੀ ਹੈ। ਇੱਥੇ ਕਿਸੇ ਦੇਵੀ ਦਾ, ਕਿਸੇ ਸੰਸਾਰ ਦੇ ਦੇਵੀ ਦੇਵਤੇ ਦੀ ਗੱਲ ਨਹੀਂ ਜਿਹੜੇ ਮਾਇਆ 'ਚ ਮੋਹੇ ਹੋਏ ਤਿੰਨਾਂ ਗੁਣਾਂ ਵਿੱਚ, ਬਲਕਿ ਤਿੰਨਾਂ ਗੁਣਾਂ ਦੀ ਜੋ ਮਾਂ ਹੈ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਜਿਹਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਚੇਲੇ ਹਨ, ਉਹ ਮਾਈ ਪ੍ਰਗਟ ਹੋਈ ਹੈ। ਅਕਾਲ ਪੁਰਖ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਹਾਂਜੀ, ਜਨ ਬਰਦਾਨੀ ਭੂਰ ਪ੍ਰਭਾ, ਜੋ ਜਨਾਂ ਨੂੰ ਭਗਤਾਂ ਨੂੰ ਵਰ ਦੇਣ ਵਾਲੀ ਹੈ, ਜਿਹਦੀ ਪ੍ਰਭਾ ਸੋਭਾ ਕਹਿਣ ਕਥਨ ਤੋਂ ਬਾਹਰੀ ਹੈ, ਮਹਿਮਾ ਕੋਈ ਬਿਆਨ ਕਰ ਨਹੀਂ ਸਕਦਾ, ਅੰਤ ਕੋਈ ਪਾ ਨਹੀਂ ਸਕਦਾ। ਐਸੀ ਉਹ ਪਰਮੇਸ਼ਰ ਦੀ ਵਿਰਾਟ ਸ਼ਕਤੀ ਕਲਗੀਧਰ ਪਾਤਸ਼ਾਹ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਸਾਹਮਣੇ ਆ ਗਈ ਹੈ। ਕਿਆ ਸੂਰਜ ਇੰਦਾ ਹੈ ਨਾ ਮਨਿੰਦੈ, ਕਿਆ ਸੂਰਜ ਕਿਆ ਚੰਦਰਮਾ, ਇੱਕ ਸੂਰਜ ਲੱਖਾਂ ਸੂਰਜ ਵੀ ਉਹਦੇ ਰੋਮ ਦੇ ਬਰਾਬਰ ਨਹੀਂ ਹੋ ਸਕਦੇ, ਲੱਖਾਂ ਚੰਦਰਮਾ ਉਹਦੇ ਵਰਗੇ ਸੋਹਣੇ ਨਹੀਂ ਹੋ ਸਕਦੇ, ਲੱਖਾਂ ਸੂਰਜਾਂ ਦਾ ਪ੍ਰਕਾਸ਼ ਉਹਦੇ ਪ੍ਰਕਾਸ਼ ਦੇ ਸਾਹਮਣੇ ਖੜ ਨਹੀਂ ਸਕਦਾ। ਐਸੀ ਉਹ ਮਹਾਸ਼ਕਤੀ ਹੈ, ਦਿਖ ਦ੍ਰਿਗ ਮੁੰਦੈ ਦੇਵ ਸਭਾ, ਜਿਸ ਨੂੰ ਵੇਖ ਕੇ ਸਾਰੇ ਦੇਵਤੇ ਨੇਤਰ ਬੰਦ ਕਰ ਲੈਂਦੇ ਹਨ ਔਰ ਨਮਸਕਾਰ ਕਰ ਦਿੰਦੇ ਹਨ। ਜਦੋਂ ਉਸ ਸ਼ਕਤੀ ਦਾ ਝਲਕਾਰਾ ਪੈਂਦਾ ਹੈ, ਜਦੋਂ ਉਸ ਸ਼ਕਤੀ ਦਾ ਸਾਧ ਸੰਗਤ ਜੀ ਕਿਸੇ ਮਹਾਂਪੁਰਸ਼ ਅਨੁਭਵੀ ਪੁਰਸ਼ ਨੂੰ ਅਨੁਭਵ ਹੁੰਦਾ ਹੈ ਤਾਂ ਮੱਲੋ ਮੱਲੀ ਉਹਦੇ ਨੇਤਰ ਬੰਦ ਹੋ ਜਾਂਦੇ ਹਨ। ਕਿਆ ਪਾਵਕ ਰਸੈ ਤੜਤਾ ਭਸੈ, ਆ ਕਹਿੰਦੇ ਕਿਆ ਅਗਨੀ ਤੇ ਕਿਆ ਬਿਜਲੀ, ਕਹਿੰਦੇ ਅਗਨੀ 'ਚ ਬੜਾ ਤੇਜ ਹੈ, ਪਰ ਅਕਾਲ ਪੁਰਖ ਦੀ ਸ਼ਕਤੀ ਤਾਂ ਲੱਖਾਂ ਅਗਨੀਆਂ ਦੇ ਸਾਹਮਣੇ, ਲੱਖਾਂ ਅਗਨੀਆਂ ਉਹਦੇ ਸਾਹਮਣੇ ਮਾਤ ਪੈ ਜਾਂਦੀਆਂ ਨੇ। ਲੱਖਾਂ ਬਿਜਲੀਆਂ ਜੋ ਲਿਸ਼ਕਦੀਆਂ ਨੇ ਅਸਮਾਨ ਦੇ ਵਿੱਚ, ਉਹ ਉਹਦੇ ਸਾਹਮਣੇ ਕੀ ਲਿਸ਼ਕ ਸਕਦੀਆਂ ਨੇ? ਉਹ ਸਭ ਤੋਂ ਵੱਡਾ ਪ੍ਰਕਾਸ਼ ਲੈ ਕੇ ਆਈ ਹੈ। ਕਹਾਂ ਪ੍ਰਕਾਸ਼ੈ ਵੈ ਸਾਹਮਣਾ, ਕਿਆ ਉਹਦੇ ਬਰਾਬਰ ਕੋਈ ਕਿਸੇ ਦਾ ਪ੍ਰਕਾਸ਼ ਹੋ ਹੀ ਨਹੀਂ ਸਕਦਾ, ਨਾ ਅਗਨੀ ਦਾ, ਨਾ ਸੂਰਜ ਦਾ, ਨਾ ਚੰਦਰਮਾ ਦਾ, ਨਾ ਬਿਜਲੀ ਦਾ। 6 ਜੋਤੀਆਂ ਨੇ ਸਾਧ ਸੰਗਤ ਜੀ, ਖੱਟ ਜੋਤੀਆਂ। ਸਭ ਤੋਂ ਵੱਡੀ ਜੋਤੀ ਸੂਰਜ ਮੰਨਿਆ ਜਾਂਦਾ ਹੈ, ਦੂਸਰੀ ਜੋਤੀ ਚੰਦਰਮਾ ਨੂੰ ਮੰਨਿਆ ਜਾਂਦਾ ਹੈ, ਤੀਸਰਾ ਸਾਧ ਸੰਗਤ ਜੀ ਜੋ ਆਕਾਸ਼ 'ਚ ਬਿਜਲੀ ਲਿਸ਼ਕਦੀ ਹੈ ਉਹ ਵੀ ਪ੍ਰਕਾਸ਼ ਕਰਦੀ, ਉਹਨੂੰ ਵੀ ਇੱਕ ਜੋਤੀ ਮੰਨਿਆ ਜਾਂਦਾ ਹੈ। ਚੌਥਾ ਜਿਹੜੇ ਤਾਰੇ ਚਮਕਦੇ ਨੇ ਉਹ ਵੀ ਜੋਤੀ ਮੰਨੀ ਜਾਂਦੀ ਹੈ। ਪੰਜਵੀਂ ਜਿਹੜੀ ਆਪਾਂ ਚੁੱਲ੍ਹੇ 'ਚ ਅੱਗ ਬਾਲਦੇ ਹਾਂ, ਦੀਵਾ ਬਾਲਦੇ ਹਾਂ, ਇਹ ਵੀ ਪ੍ਰਕਾਸ਼ ਇੱਕ ਰੋਸ਼ਨੀ ਮੰਨੀ ਜਾਂਦੀ, ਜੋਤੀ ਮੰਨੀ ਜਾਂਦੀ ਹੈ। 6ਵੀਂ ਜੋਤੀ ਉਹ ਜਿਹੜਾ ਜੁਗਨੂੰ ਰਾਤ ਨੂੰ ਟਿਮਟਿਮਾਉਂਦਾ ਹੈ ਨਾ, ਆਪਣੇ ਆਪ ਉੱਡਿਆ ਫਿਰਦਾ ਹੈ, ਉਹ ਸਾਧ ਸੰਗਤ ਜੀ ਉਹ ਜਿਹੜਾ ਜੁਗਨੂੰ ਜਾਂ ਟਟਹਿਣਾ
ਭਾਦਰੋਂ ਦੇ ਮਹੀਨੇ ਅੱਜ ਕੱਲ੍ਹ ਖਾਸ ਕਰਕੇ ਉਹ ਹੁਣ ਰਾਤ ਨੂੰ ਚਮਕਿਆ ਕਰੇਗਾ ਮੀਂਹ ਪੈਣ ਤੋਂ ਬਾਅਦ। ਉਹ ਜਿਹੜਾ ਉਹ ਵੀ ਇੱਕ ਜੋਤੀ ਹੈ। 6 ਜੋਤੀਆਂ ਨੇਚਰਲੀ ਜਿਹੜੀਆਂ ਸਾਡੇ ਅਨੁਭਵ 'ਚ ਆਉਂਦੀਆਂ ਨੇ। 7ਵੀਂ ਜੋਤੀ ਉਹ ਹੈ ਜਿਹੜੀ ਨਾ ਸਾਰੀਆਂ ਜੋਤੀਆਂ ਦੀ ਮਾਂ ਹੈ। ਉਹ ਆਤਮ ਜੋਤੀ ਹੈ। ਉਹ ਅਕਾਲ ਪੁਰਖ ਦੀ ਉਹ ਸ਼ਕਤੀ ਹੈ ਜਿਹੜੀ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੈ। ਉਸ ਜੋਤੀ ਤੋਂ ਬਿਨਾਂ ਇਹ ਜੋਤੀਆਂ ਮਿੱਟੀ ਹਨ। ਜੇ ਉਹ ਆਤਮ ਜੋਤੀ ਸਾਡੇ ਅੰਦਰ ਨਾ ਹੋਵੇ ਤਾਂ ਸੂਰਜ, ਚੰਦਰਮਾ, ਤਾਰੇ, ਬਿਜਲੀ, ਅਗਨੀ, ਟਟਹਿਣੇ ਦਾ ਪ੍ਰਕਾਸ਼ ਕੌਣ ਵੇਖੇਗਾ? ਸੋ ਜਿਹੜਾ ਸਾਰਿਆਂ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ ਉਹ ਪ੍ਰਭੂ ਅਕਾਲ ਪੁਰਖ ਦੀ ਜੋ ਜੋਤ ਹੈ ਅੱਜ ਉਹ ਪ੍ਰਗਟ ਹੋਈ ਹੈ। ਇਹ ਨਦਰ ਨ ਠਹਿਰੈ ਝਾਂਕਤ ਹੈਰੈ। ਕਹਿੰਦੇ ਕਿਸੇ ਦੀ ਨਜ਼ਰ ਉਹਦੇ ਤੇ ਠਹਿਰਦੀ ਨਹੀਂ। ਜੇ ਕੋਈ ਉਸ ਜੋਤੀ ਨੂੰ ਵੇਖਣਾ ਚਾਹੇ, ਉਹਦਾ ਦ੍ਰਿਸ਼ਟਾ ਬਣਨਾ ਚਾਹੇ, ਤਾਂ ਉਹ ਦ੍ਰਿਸ਼ਟਾ ਆਪ ਗੁਆਚ ਜਾਏਗਾ, ਤਾਂ ਹੀ ਉਹ ਦ੍ਰਿਸ਼ਟਾ ਉਹਨੂੰ ਦੇਖ ਸਕੇਗਾ। ਜੇ ਦ੍ਰਿਸ਼ਟਾ ਬਣ ਕੇ ਦੇਖੇਗਾ, ਦ੍ਰਿਸ਼ ਬਣਾ ਕੇ ਦੇਖੇਗਾ, ਤਾਂ ਫਿਰ ਦਵੈਤ ਆ ਜਾਏਗੀ, ਫਿਰ ਉਹ ਗੱਲ ਬਣੇਗੀ ਨਹੀਂ। ਤੇ ਜਦੋਂ ਉਹ ਅਦਵੈਤ ਦੇ ਵਿੱਚ ਪ੍ਰਗਟ ਹੋਵੇਗੀ ਇੱਕ ਰੂਪ ਹੋ ਕੇ, ਉਹਦੇ ਤੇ ਦ੍ਰਿਸ਼ਟੀ ਠਹਿਰੇਗੀ ਨਹੀਂ, ਦ੍ਰਿਸ਼ਟਾ ਆਲੋਪ ਹੋ ਜਾਏਗਾ। ਐਸੀ ਉਸ ਵਾਹਿਗੁਰੂ ਦੀ ਸ਼ਕਤੀ ਹੈ ਕਿ ਨਜ਼ਰ ਨਾ ਠਹਿਰੈ ਝਾਂਕਤ ਹੈ। ਕਹਿੰਦੇ ਉਹਨੂੰ ਝਾਂਕਦਿਆਂ ਸਾਰੀ ਬੰਦੇ ਦਾ ਦਿਲ ਦਹਿਲ ਜਾਂਦਾ ਹੈ। ਅੰਗਨ ਠਹਿਰੈ ਤ੍ਰਿਤ ਜਮਨਾ। ਕਹਿੰਦੇ ਉਹਦੇ ਸਾਹਮਣੇ ਤਾਂ ਸਾਰਿਆਂ ਦੇ ਅੰਗ ਥਰ ਥਰ ਕੰਬਣ ਲੱਗ ਜਾਂਦੇ ਨੇ। ਧਿਰਤ ਜਮਨਾ, ਜਿਹੜੇ ਮੌਤ ਦੇ ਫਰਿਸ਼ਤੇ ਨੇ, ਜਮਦੂਤ, ਉਹ ਵੀ ਉਹਨੂੰ ਦੇਖ ਕੇ ਡਰ ਜਾਂਦੇ ਨੇ। ਕਹਿੰਦੇ ਉਹ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਜਦੋਂ ਉਹ ਸ਼ਕਤੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਆਤਮ ਪ੍ਰਕਾਸ਼ ਦਾ ਜਦੋਂ ਝਲਕਾ ਵੱਜਦਾ ਹੈ, ਉਸ ਵੇਲੇ ਜਮਾਂ ਦੇ ਵਿਚਾਰਿਆਂ ਦੇ ਕੀ ਵੱਸ ਦੀ ਗੱਲ ਹੈ ਉੱਥੇ ਖਲੋ ਸਕਣ। ਜਮਦੂਤ ਭੱਜ ਜਾਂਦੇ ਹਨ। ਚਰਨ ਵਿਸ਼ਾਲਾ ਨਖਨ ਕਰਾਲਾ। ਆਹ ਹੁਣ ਕਵੀ ਜੀ ਉਹਦਾ ਸਾਰਾ ਵਿਰਾਟ ਰੂਪ ਦੱਸਣ ਲੱਗੇ ਆ। ਇਹਦੇ ਵਿੱਚ ਸਾਧ ਸੰਗਤ ਜੀ ਉਹਦਾ ਭਿਆਨਕ ਰੂਪ ਵੀ ਆਏਗਾ, ਉਹਦਾ ਮਨ ਮੋਹਣਾ ਰੂਪ ਵੀ ਆਏਗਾ। ਕਿਉਂਕਿ ਮੇਰੇ ਪ੍ਰਭੂ ਦੇ ਸਾਰੇ ਹੀ ਰੂਪ ਨੇ। ਤੇਰੇ ਬੰਕੇ ਲੋਹਣ, ਦੰਤਰੀ ਸਾਲਾ, ਸੋਹਣੇ ਨੱਕ, ਜਿਨ ਲੰਮੜੇ ਵਾਲਾ, ਇਹ ਵੀ ਮੇਰੇ ਪ੍ਰਭੂ ਦਾ ਰੂਪ ਹੈ। ਤੇ ਦੂਜੇ ਪਾਸੇ ਲੱਟ ਛੂਟੀ ਵਰਤੈ ਬਿਕਰਾਲ, ਕੋਟ ਕਲਾਂ ਖੇਲੈ ਗੋਪਾਲ, ਇਹ ਵੀ ਮੇਰੇ ਪ੍ਰਭੂ ਦਾ ਰੂਪ ਹੈ। ਇੱਕ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਕਰੋੜਾਂ ਸੂਰਜਾਂ ਦਾ ਪ੍ਰਕਾਸ਼, ਇਹ ਵੀ ਮੇਰੇ ਪ੍ਰਭੂ ਦਾ ਰੂਪ ਹੈ। ਇੱਕ ਪਾਸੇ ਹਨੇਰਾ ਹੀ ਹਨੇਰਾ ਹੈ, ਹਨੇਰਾ ਹੀ ਹਨੇਰਾ ਹੈ, ਅੰਧਕਾਰ ਹੈ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਇਹ ਸਾਰੇ ਉਹਦੇ ਸਰੂਪ ਨੇ। ਸੋ ਭਾਈ ਸਾਹਿਬ ਲਿਖ ਰਹੇ ਜੁਗ ਚਰਨ ਵਿਸਾਲਾ, ਦੋਵੇਂ ਚਰਨ ਬੜੇ ਵਿਸ਼ਾਲ ਮਹਾਨ ਵੱਡੇ ਹਨ। ਨਖਨ ਕਰਾਲਾ, ਤੇ ਉਹਨਾਂ ਦੇ ਜਿਹੜੇ ਨੋਹ ਹਨ ਨਾ, ਭਗਵਾਨ ਦੇ ਜਿਹੜੇ ਦੇਵੀ ਦੇ ਚੰਡੀ ਦੇ ਪੈਰਾਂ ਦੇ ਨੋਹ ਹਨ, ਉਹ ਕਹਿੰਦੇ ਬੜੇ ਕਰਾਲ, ਬੜੇ ਭਿਆਨਕ ਹਨ। ਜੰਗਨ ਤਾਲਾ ਤਰੂ ਜਥਾ, ਉਹਦੀਆਂ ਲੱਤਾਂ ਉਹ ਨੇ ਜਿਵੇਂ ਵੱਡੇ ਵੱਡੇ ਦਰਖਤ ਹੁੰਦੇ ਹਨ, ਜਿਵੇਂ ਵੱਡੇ ਵੱਡੇ ਦਰਖਤਾਂ ਦੇ ਟਾਹਣ ਹੁੰਦੇ ਹਨ, ਏਦਾਂ ਦੀਆਂ ਤਾਂ ਉਸ ਜਗਤ ਮਾਤ ਚੰਡਕਾ ਦੀਆਂ ਜੰਘਾਂ ਲੱਤਾਂ ਹਨ। ਹਟ ਮੈਂ ਅਲਬਾਲਾ ਹਾਡਨ ਮਾਲਾ, ਉਹਦੀ ਲੱਕ ਦੇ ਆਲੇ ਦੁਆਲੇ ਹੱਡਾਂ ਦੀ ਮਾਲਾ ਹੈ। ਆਹ ਲੱਕ ਨੂੰ ਕਮਰ ਕਸਾ ਲਾਇਆ ਹੋਇਆ, ਉਹਦੇ ਵਿੱਚ ਹੱਡਾਂ ਦੀ ਮਾਲਾ, ਗਲ ਵਿੱਚ ਵੀ ਹੱਡੀਆਂ ਦੀ ਮਾਲਾ ਪਾਈ ਹੋਈ ਹੈ। ਕਿਉਂਕਿ ਜਿਹੜੀ ਚੰਡੀ ਹੈ ਸਾਧ ਸੰਗਤ ਜੀ, ਇਹ ਫੁੱਲਾਂ ਦੀ ਮਾਲਾ ਨਹੀਂ ਪਾਉਂਦੀ, ਇਹ ਪਾਉਂਦੀ ਹੈ ਹੱਡੀਆਂ ਦੀ ਮਾਲਾ। ਜਦੋਂ ਜੰਗ ਵਿੱਚ ਤੇਗਾਂ ਚੱਲਦੀਆਂ, ਤਲਵਾਰਾਂ ਚੱਲਦੀਆਂ ਨੇ, ਉਹ ਕੀ ਕਰਦੀਆਂ ਨੇ? ਹੱਡੀਆਂ ਨੂੰ ਵੱਢ ਵੱਢ ਸੁੱਟਦੀ ਹੈ ਚੰਡੀ। ਨਮੋ ਸ੍ਰੀ ਭਗਉਤੀ ਵਡੈਲੀ ਸਰੋਹੀ, ਮਹਾਰਾਜ 10ਵੇਂ ਪਾਤਸ਼ਾਹ ਭਗਉਤੀ ਸਤੋਤਰ 'ਚ ਲਿਖਦੇ, ਨਮੋ ਸ੍ਰੀ ਭਗਉਤੀ, ਭਗਉਤੀ ਨੂੰ ਨਮਸਕਾਰ ਹੈ। ਵਡੈਲੀ ਧਾਰ ਵਾਲੀ, ਤਿੱਖੀ ਹੈ। ਸਰੋਹੀ, ਸਰੋਹ ਦੇਸ਼ ਦੀ ਬਣੀ ਹੋਈ ਤਲਵਾਰ ਨੂੰ ਸਰੋਹੀ ਕਹਿੰਦੇ। ਸੈਫ ਸਰੋਹੀ ਸਹਿਤੀ ਜੈ ਹਮਾਰੇ ਪੀਰ। ਨਮੋ ਸ੍ਰੀ ਭਗਉਤੀ ਵਡੈਲੀ ਸਰੋਹੀ, ਇਹ ਤਲਵਾਰ ਹੀ ਦੇਵੀ ਹੈ, ਇਹ ਤਲਵਾਰ ਹੀ ਚੰਡੀ ਹੈ, ਇਹ ਤਲਵਾਰ ਹੀ ਕਾਲਕਾ ਹੈ, ਇਹ ਤਲਵਾਰ ਹੀ ਭਗਉਤੀ ਹੈ। ਨਮੋ ਸ੍ਰੀ ਭਗਉਤੀ ਵਡੈਲੀ ਸਰੋਹੀ, ਕਰੇ ਏਕ ਤੇ ਦੁਐ, ਇੱਕ ਤੋਂ ਦੋ ਟੋਟੇ ਕਰ ਦਿੰਦੀ ਹੈ। ਸੁਭੱਟ ਹਾਥ ਸੋਈ, ਸੋਭਾ ਕਿਹਦੇ ਹੱਥ 'ਚ ਪਾਉਂਦੀ? ਸੂਰਮੇ ਦੇ, ਕਿਸੇ ਦੁਨਿਆਵੀ ਬੰਦੇ ਦੇ, ਕਿਸੇ ਬਿਜ਼ਨਸਮੈਨ ਦੇ, ਕਿਸੇ ਸਾਧ ਸੰਗਤ ਜੀ ਵਿਦਵਾਨ ਪ੍ਰੋਫੈਸਰ ਦੇ ਇਹ ਹੱਥ 'ਚ ਨਹੀਂ ਸੋਭਦੀ।
ਕਈ ਫੜੀ ਤਾਂ ਫਿਰਦੇ ਆ ਮੇਰੇ ਵਰਗੇ ਕਿਰਪਾਨਾਂ ਕਥਾਵਾਚਕ ਵੀ ਗਿਆਨੀ ਵੀ, ਜਿਵੇਂ ਹੱਥ ਡਾਂਗ ਫੜੀ ਹੁੰਦੀ ਹੈ ਅਸੀਂ ਵੀ ਚੁੱਕੀ ਫਿਰਦੇ ਹਾਂ, ਪਰ ਸਾਡੇ ਹੱਥਾਂ 'ਚ ਫੜਨੀ ਵੀ ਨਹੀਂ ਆਉਂਦੀ, ਸੋਭਾ ਨਹੀਂ ਪਾਉਂਦੀ। ਸੋਭਾ ਤਾਂ ਸੂਰਮਿਆਂ ਦੇ ਹੱਥਾਂ 'ਚ ਪਾਉਂਦੀ ਹੈ। ਐਸਾ ਉਹਦਾ ਸਰੂਪ ਹੈ। ਕਰੇ ਏਕ ਤੇ ਦੁਐ ਸੁਪੱਠ ਹਾਥ ਸੋਈ, ਕਹਿੰਦੇ ਹੱਡੀਆਂ ਦੀ ਮਾਲਾ ਧਾਰਨ ਕੀਤੀ ਹੋਈ ਹੈ। ਇਕ ਪੈ ਹਾਲਾ ਉਦਰ ਤਥਾ, ਕਹਿੰਦੇ ਉਹਨੂੰ ਵੇਖ ਕੇ, ਉਹਦਾ ਪੇਟ ਵੇਖ ਕੇ ਸਾਰੇ ਭੈ ਭੀਤ ਹੋ ਜਾਂਦੇ ਹਨ। ਦ੍ਰਿਸ਼ਟੀ ਪਰ ਬਾਲਾ ਲਟਕੇ ਜਾਲਾ, ਉਹਦੀ ਪਿੱਠ ਦੇ ਉੱਤੇ ਲੰਮੇ ਲੰਮੇ ਭਿਆਨਕ ਵਾਲ ਖਿਲਰੇ ਹੋਏ ਹਨ। ਦੀਰਘ ਕਾਲਾ ਰੰਗ ਸਜਾ, ਔਰ ਬੜਾ ਕਾਲਾ, ਤਵੇ ਵਰਗਾ ਕਾਲਾ ਭਿਆਨਕ ਰੰਗ ਹੈ। ਮੌਤ ਦਾ ਰੰਗ ਸਾਧ ਸੰਗਤ ਜੀ ਕਾਲਾ ਹੈ। ਇਸੇ ਕਰਕੇ ਜਦੋਂ ਕੋਈ ਸੋਗ ਦਾ ਸਮਾਂ ਹੁੰਦਾ ਲੋਕ ਕਾਲੀਆਂ ਪੱਗਾਂ ਬੰਨ੍ਹ ਲੈਂਦੇ ਆ, ਕਾਲੇ ਕੱਪੜੇ ਪਾ ਲੈਂਦੇ ਆ। ਬਾਹਰਲੇ ਮੁਲਕਾਂ 'ਚ ਗੋਰੇ ਜਿਹੜੇ ਫਿਊਨਰਲ ਹੋਮ ਦੇ ਵਿੱਚ ਲੋਕਾਂ ਦਾ ਸੰਸਕਾਰ ਕਰਦੇ ਆ, ਉਹਨਾਂ ਦਾ ਵੀ ਤੁਸੀਂ ਦੇਖੋ ਕਾਲਾ ਡਰੈਸ ਹੁੰਦਾ, ਕਾਲੇ ਕੱਪੜੇ ਪਾਉਂਦੇ ਆ, ਕਿਉਂਕਿ ਕਾਲੀ ਮੌਤ ਦਾ ਰੂਪ ਹੈ। ਕਾਲਾ ਰੰਗ ਮੌਤ ਦਾ ਸੂਚਕ ਹੈ। ਹਾਂਜੀ, ਤਰ ਕੇ ਜਨ ਡਾਲਾ ਸੁੰਡ ਕੇ ਬਿਆਲਾ, ਕਹਿੰਦੇ ਇਸ ਤਰ੍ਹਾਂ ਜਿਵੇਂ ਦਰਖਤ ਦੀਆਂ ਟਾਹਣ ਵੱਡੇ ਵੱਡੇ ਟਾਹਣ ਹੁੰਦੇ ਨੇ, ਜਾਂ ਕਹਿੰਦੇ ਕਿਸੇ ਹਾਥੀ ਦੀ ਸੁੰਡ ਹੁੰਦੀ ਹੈ, ਕੈ ਵੱਡ ਬਿਆਲਾ ਅਸ਼ਟ ਭੁਜਾ, ਜਾਂ ਫਿਰ ਬਿਆਲਾ ਨਾਮ ਸੱਪ ਦਾ ਹੈ। ਕਹਿੰਦੇ ਜਾਂ ਫਿਰ ਕਾਲੇ ਕਾਲੇ ਕੇਸ ਲਟਕੇ ਹੋਏ ਏਦਾਂ ਲੱਗਦੇ ਨੇ ਜਿਵੇਂ ਕਾਲੇ ਨਾਗ ਲਟਕੇ ਹੋਣ ਚੰਡੀ ਦੇ ਸਿਰ ਦੇ। ਕਰ ਮੈਂ ਧਰਮਾਲਾ ਮੁੰਡਨ ਜਾਲਾ, 8 ਬਾਹਾਂ ਨੇ ਤੇ ਗਲ ਵਿੱਚ ਮੁੰਡਾਂ ਦੀ ਮਾਲਾ ਪਾਈ ਹੋਈ ਹੈ। ਬਹੁਤ ਕਰਾਲਾ ਦਾੜ ਬੜੀ, ਔਰ ਬੜੀਆਂ ਕਰਾਲ ਭਿਆਨਕ ਲੰਮੀਆਂ ਲੰਮੀਆਂ ਦਾੜਾਂ ਨੇ ਚੱਬ ਜਾਏਗੀ ਸਾਰੀ ਦੁਨੀਆ ਨੂੰ। ਦੰਤਨ ਕੀ ਪਾਲਾ ਖਰੀ ਘੁਟਾਲਾ, ਕਹਿੰਦੇ ਦੰਦਾਂ ਦੀਆਂ ਜਿਹੜੀ ਪੰਗਤੀਆਂ ਬੜੀਆਂ ਭਿਆਨਕ ਨੇ, ਲੰਮੇ ਲੰਮੇ ਦੰਦ ਨੇ, ਵੇਖ ਕੇ ਡਰ ਲੱਗਦਾ ਹੈ। ਦੀਰਘ ਜਵਾਲਾ ਤੁੰਡ ਛੜੀ, ਔਰ ਲੰਮੀ ਲੰਮੀ ਸਾਧ ਸੰਗਤ ਦੀ ਮੂੰਹ ਚੋਂ ਅੱਗ ਦੀ ਲਾਟ ਨਿਕਲ ਰਹੀ ਹੈ। ਇਹ ਅੱਗ ਦੀ ਲਾਟ ਕਿੱਥੋਂ ਨਿਕਲਦੀ ਹੈ? ਤੋਪਾਂ ਤੇ ਬੰਦੂਕਾਂ ਦੇ ਮੂੰਹ ਚੋਂ ਨਿਕਲਦੀ ਹੈ। ਜਦੋਂ ਅਗਨੀ ਬਾਣ ਚੱਲਦੇ ਨੇ ਉਹ ਅੱਗ ਦੀ ਲਾਟ ਹੁੰਦੀ ਹੈ। ਇਹ ਉਹੀ ਸਰੂਪ ਨੂੰ ਬਿਆਨ ਕੀਤਾ ਜਾ ਰਿਹਾ ਜਿਹੜਾ ਯੁੱਧ ਦੇ ਵਿੱਚ ਚੰਡੀ ਦਾ ਸਰੂਪ ਦਰਸ਼ਨ ਦਿੰਦਾ ਹੈ। ਬੰਦੂਕਾਂ ਜਦੋਂ ਚੱਲਦੀਆਂ ਨੇ ਉਹਦੇ ਮੂੰਹ ਚੋਂ ਕੀ ਨਿਕਲਦਾ ਹੈ? ਤੋਪਾਂ ਚੱਲਦੀਆਂ ਨੇ ਕੀ ਨਿਕਲਦਾ ਹੈ? ਜਵਾਲਾ ਹੀ ਨਿਕਲਦੀ ਹੈ, ਅੱਗ ਹੀ ਨਿਕਲਦੀ ਹੈ। ਸੋ ਇਹ ਸਰੂਪ ਕਵੀ ਜੀ ਬਿਆਨ ਕਰਨ ਲੱਗੇ ਹਨ। ਪ੍ਰਿਕੁਟੀ ਚੜ ਭਾਲਾ ਲੋਚਨ ਲਾਲਾ, ਆ ਜਿਹੜੀਆਂ ਪ੍ਰਕੁਟੀਆਂ ਨੇ ਮੱਥੇ ਦੀਆਂ, ਇਹ ਚੜੀਆਂ ਹੋਈਆਂ ਨੇ, ਕਸੀਆਂ ਨੇ ਕਮਾਨ ਦੀ ਤਰ੍ਹਾਂ, ਤੇ ਅੱਖਾਂ ਲਾਲ ਸੁਰਖ ਨੇ ਚੰਡੀ ਦੀਆਂ। ਸੀਸ ਵਿਸ਼ਾਲਾ ਬਾਲ ਮਹਾ, ਔਰ ਸੀਸ ਬੜਾ ਵੱਡਾ ਹੈ ਤੇ ਵਾਲ ਬੜੇ ਭਿਆਨਕ ਖਿਲਰੇ ਹੋਏ ਨੇ। ਤਨ ਸਭ ਵਿਕਰਾਲਾ ਦਿਸ ਪਟਵਾਲਾ, ਸਾਰਾ ਸਰੀਰ ਬੜਾ ਵਿਕਰਾਲ ਹੈ ਤੇ ਦਿਸ਼ਾ ਦੇ ਕੱਪੜੇ ਪਹਿਨੇ ਹੋਏ ਨੇ, ਭਾਵ ਨਗਨ ਹੈ। ਤਲਵਾਰ ਹਮੇਸ਼ਾ ਸਾਧ ਸੰਗਤ ਜਦੋਂ ਜੰਗ ਵਿੱਚ ਜਾਂਦੀ ਹੈ ਨਾ, ਉਸ ਤੋਂ ਪਹਿਲਾਂ ਮਿਆਨ 'ਚ ਹੁੰਦੀ ਹੈ। ਜਦੋਂ ਜੰਗ ਵਿੱਚ ਜਾਈਏ ਨਾ, ਜਬ ਮਿਆਨ ਤੇ ਵੀਰ ਤੋਕੋ ਸੜਕ ਸੜਕ ਕਰਕੇ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ। ਜੰਗ ਕਦੀ ਮਿਆਨ ਵਿੱਚ ਪਾਈ ਹੋਈ ਤਲਵਾਰ ਉਹ ਨਹੀਂ ਕੰਮ ਕਰਦੀ, ਮਿਆਨ 'ਚੋਂ ਕੱਢਣੀ ਪੈਂਦੀ ਹੈ। ਇਸ ਤਰ੍ਹਾਂ ਜਿਹੜੀ ਅਕਾਲ ਪੁਰਖ ਦੀ ਚੰਡੀ ਹੈ ਉਹ ਕਹਿੰਦੇ ਭਿਆਨਕ ਰੂਪ ਦੇ ਵਿੱਚ ਦਿਸ਼ਾ ਹੀ ਉਹਦੇ ਕੱਪੜੇ ਨੇ, ਯਾਨੀ ਨਗਨ ਸਰੂਪ ਹੈ। ਕਰ ਕਰਵਾਲਾ ਲਾਹ ਲਹਾ, ਹੱਥ ਦੇ ਵਿੱਚ ਤਲਵਾਰ ਲੈ ਲੈ ਕਰਦੀ, ਲਿਸ਼ਕਾਰੇ ਮਾਰਦੀ ਆ ਚੰਡੀ ਦੇ। ਤਨ ਜੋਗਨ ਸੰਗਾ ਤਨ ਜਿਨ ਨੰਗਾ, ਬਹੁਤ 64 ਜੋਗਣੀਆਂ 52 ਵੀਰ ਨਾਲ ਨਾਚ ਕਰਦੇ ਆ ਰਹੇ ਨੇ, ਧਮਾਲਾਂ ਪਾਉਂਦੇ ਆ ਰਹੇ ਨੇ, ਜਿਨ੍ਹਾਂ ਦਾ ਸਰੀਰ ਨੰਗਾ ਹੈ, ਤਨ ਦੇ ਉੱਤੇ ਕੋਈ ਕੱਪੜਾ ਨਹੀਂ ਪਹਿਨਦੀਆਂ ਕਲਜੋਗਣਾ। ਮਹਾ ਕੁਰੰਗਾ ਨਾਚਤ ਹੈ, ਔਰ ਬੜਾ ਭਿਆਨਕ ਡਰਾਉਣਾ ਜਿਹਾ ਸੀਨ ਕਰਕੇ ਨੱਚਦੀਆਂ ਹਨ। ਉਹਨੂੰ ਦੇਖ ਕੇ ਤਾਂ ਕਾਇਰਾਂ ਦੇ ਬੁਜ਼ਦਿਲਾਂ ਦੇ ਸੀਨੇ ਫਟ ਜਾਂਦੇ ਹਨ। ਐਸਾ ਉਹਦਾ ਡਰਾਣਾ ਰੂਪ ਹੈ। ਭੂਤ ਸੋ ਪ੍ਰੇਤਾ ਕੇਤਕ ਕੇਤਾ, ਬਹੁਤ ਭੂਤ ਪ੍ਰੇਤ ਜਿਹੜੇ ਹਨ ਆਪਣੇ ਆਪਣੇ ਝੰਡੇ ਲੈ ਕੇ ਨੱਚ ਰਹੇ ਨੇ। ਕਹਿ ਕਰ ਲੇਤਾ ਮਾਚਤ ਹੈ, ਕਹਿੰਦੇ ਇੱਕ ਦੂਜੀ ਦਾ ਹੱਥ ਫੜ ਕੇ ਨੱਚਦੀਆਂ ਹਨ। ਕਲਜੋਗਣਾ ਭੂਤ ਪ੍ਰੇਤ ਨੱਚਦੇ ਹਨ, ਝੰਡੀਆਂ ਫੜੀਆਂ ਹੋਈਆਂ ਨੇ ਤੇ ਸ਼ੋਰ ਮਚਾਉਂਦੇ ਹਨ। ਮੁਖ ਹੜ ਹੜ ਹਾਸੈ ਬਾਗ ਪ੍ਰਕਾਸ਼ੈ, ਉਹ ਤਾਂ ਹੜ ਹੜਾ ਕੇ ਕਲਜੋਗਣਾ ਹੱਸਦੀਆਂ ਨੇ ਤੇ ਗੱਲਾਂ ਕਰਦੀਆਂ ਨੇ। ਫਿਰ ਚੌ ਪਾਸੈ ਕ੍ਰੀੜ ਕਰੈ, ਔਰ ਮਹਾਰਾਜ 10ਵੇਂ ਪਾਤਸ਼ਾਹ ਜਿੱਥੇ ਬੈਠੇ ਹਮਨ ਕਰ ਰਹੇ ਨੇ, ਆਲੇ ਦੁਆਲੇ ਉਹ ਫਿਰਦੀਆਂ ਨੇ ਡਰਾਉਣ ਵਾਸਤੇ ਵੀ ਸ਼ਾਇਦ ਮਹਾਰਾਜ ਅਜੇ ਵੀ ਸਾਥੋਂ ਡਰ ਜਾਣ। ਪਰ ਉਹਨਾਂ ਕਲਜੋਗਣਾ ਨੂੰ ਨਹੀਂ ਪਤਾ ਕਿ ਜਿਨ੍ਹਾਂ ਨੇ ਤੁਹਾਨੂੰ ਯਾਦ ਕੀਤਾ ਨਾ ਉਹਨਾਂ ਦਾ ਹੌਸਲਾ ਵੱਡਾ ਹੈ, ਤਾਂ ਹੀ ਤੁਹਾਨੂੰ ਯਾਦ ਕੀਤਾ। ਐਵੇਂ ਤਾਂ ਤੁਹਾਨੂੰ ਕੋਈ ਬੁਲਾਉਂਦਾ ਨਹੀਂ,
ਤੋ ਅਖੀਰਲੀ ਪ੍ਰੀਖਿਆ ਲੈਣ ਵਾਸਤੇ ਹੜਹੜਾ ਕੇ ਹੱਸਦੀਆਂ ਨੇ। ਉਹ ਵੀਰ ਬਿਲਾਸੈ ਦੋਏ 50 ਕਹਿੰਦੇ 52 ਵੀਰ ਜਿਹੜੇ ਹਨ ਉਹ ਨਾਲ ਆਪਣਾ ਨਾਚ ਕਰਦੇ ਹਨ, ਕੌਤਕ ਕਰਦੇ ਹਨ। ਅਗਰ ਪ੍ਰਭਾਸੈ ਮੋਦ ਤਰੈ ਔਰ ਮਹਾਰਾਜ ਦੇ ਸਾਹਮਣੇ ਪ੍ਰਕਾਸ਼ਮਾਨ ਹੋ ਰਹੇ ਖੁਸ਼ੀ ਦੇ ਨਾਲ। ਧਰਤੀ ਭੂਮ ਚਾਲਾ ਸੈਲ ਵਿਸਾਲਾ। ਧਰਤੀ ਜਿਹੜੀ ਹੈ ਸਾਧ ਸੰਗਤ ਜੀ ਭੁਚਾਲ ਆਉਣ ਲੱਗ ਪਏ ਨੇ ਤੇ ਪਹਾੜ ਜਿਹੜੇ ਹਨ ਸ੍ਰਿੰਗ ਉਤਾਲਾ ਫੋਰਤ ਹੈ। ਉਹਨਾਂ ਦੀਆਂ ਚੋਟੀਆਂ ਜਿਹੜੀਆਂ ਨੇ ਉਹ ਫਟਣ ਲੱਗ ਪਈਆਂ ਨੇ। ਪਹਾੜ ਫਟ ਫਟ ਕੇ ਥੱਲੇ ਡਿੱਗਦੇ ਨੇ, ਪਹਾੜ ਇੱਕ ਦੂਜੀ ਨੂੰ ਟਕਰਾਉਂਦੇ ਨੇ। ਗਰਜਤ ਰਵ ਭਾਰੀ ਭੀਖਣਕਾਰੀ। ਕਹਿੰਦੇ ਬੜੀ ਭਿਆਨਕ ਆਵਾਜ਼ ਦੇ ਨਾਲ, ਭਿਆਨਕ ਸੁਰ ਦੇ ਨਾਲ ਇਹ ਜਿਹੜੀਆਂ ਕਲਜੋਗਣਾ ਨੇ 52 ਵੀਰਜ ਨੇ ਇਹ ਸਾਰੇ ਗਰਜਦੇ ਨੇ। ਗਣਨ ਅਗਾਰੀ ਤੋਰਤ ਹੈ। ਔਰ ਚੰਡੀ ਕਾਲੀ ਆਪਣੇ ਘਰਾਂ ਨੂੰ ਅੱਗੇ ਤੋਰ ਰਹੀ ਆ, ਕਲਕਾਰੀਆਂ ਮਾਰਦੀ ਆ। ਕਾਲੀ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਵੇ ਖਾਲੀ, ਏਦਾਂ ਰੌਲਾ ਪਾਉਂਦੇ ਹੋਏ ਕਲਜੋਗਣਾ ਦੇ ਸਮੂਹ ਆ ਰਹੇ ਨੇ। ਜਿਤ ਕਿਤ ਦਮਕੀ ਦਮਕੰਤੀ ਜਵਾਲ ਬਮੰਤੀ। ਜਿੱਥੇ ਕਿਤੇ ਦਮਕਾ ਮਾਰ ਰਹੀ ਆ, ਅਗਨੀ ਅਗਨੀਆਂ ਚਾਰੇ ਪਾਸੇ ਨਜ਼ਰ ਆਉਂਦੀ ਹੈ। ਭੈ ਵਰਧੰਤੀ ਆਵਨ ਹੈ। ਔਰ ਬੜਾ ਡਰਾਉਣਾ ਰੂਪ ਧਾਰਨ ਕਰਕੇ ਭੈ ਪੈਦਾ ਕਰਦੀ ਹੋਈ ਸਾਰੀ ਸ੍ਰਿਸ਼ਟੀ ਨੂੰ ਡਰਾਉਂਦੀ ਹੋਈ ਆ ਰਹੀ ਹੈ। ਕਿਲ ਕਿਤ ਕਿਲਕਾਰੀ ਡਾਕਨ ਡਾਰੀ। ਔਰ ਡੈਣਾ ਜਿਹੜੀਆਂ ਨੇ ਕਲਜੋਗਣਾ ਜਿਹੜੀਆਂ ਨੇ ਡੈਣਾ ਉਹ ਕਿਲਕਿਲ ਕਿਲਕਾਰੀ ਕਿਲਕਾਰੀਆਂ ਮਾਰਦੀਆਂ ਨੇ ਔਰ ਬੜੇ ਭਿਆਨਕ ਆਵਾਜ਼ਾਂ ਕੱਢਦੀਆਂ ਨੇ। ਵੇਗ ਜੋ ਧਾਰੀ ਪਾਵਤ ਹੈ। ਔਰ ਬੜੇ ਵੇਗ ਦੇ ਨਾਲ ਉਹ ਆ ਰਹੀਆਂ ਨੇ। ਤੋਰਾ ਭੀਮ ਭੇਖ ਤੇ ਪੈ ਹਰਾ ਗਿਰ ਕੇ ਸਰ ਪਟ ਆਏ। ਬੜਾ ਭਿਆਨਕ ਰੂਪ ਧਾਰ ਕੇ ਭੈ ਹਰਨ ਵਾਲੀ ਚੰਡੀ ਜਿਹੜੀ ਭਗਤਾਂ ਸੰਤਾਂ ਦਾ ਭੈ ਦੂਰ ਕਰਦੀ ਹੈ ਔਰ ਦੁਸ਼ਟਾਂ ਨੂੰ ਭੈ ਦਿੰਦੀ ਹੈ। ਸੋ ਉਹ ਭੈ ਹਰਾ, ਭੈ ਨੂੰ ਹਰਨ ਵਾਲੀ ਜਿਹੜੀ ਸ਼ਕਤੀ ਹੈ ਉਹ ਸਾਧ ਸੰਗਤ ਜੀ ਆ ਗਈ। ਖਰੀ ਭਈ ਬ੍ਰਹਮ ਬਰੂਹ ਬਚ ਉੱਚੇ ਕਹਿਓ ਸੁਨਾਏ। ਔਰ ਜਿੱਥੇ ਮਹਾਰਾਜ 10ਵੇਂ ਪਾਤਸ਼ਾਹ ਹਮਨ ਕਰ ਰਹੇ ਸਨ, ਚੰਡੀ ਦਾ ਜਾਪ ਅਚਕੜੇ ਛੰਦ ਦਾ ਲਗਾਤਾਰ ਨਿਰੰਤਰ ਜਾਪ ਕਰ ਰਹੇ ਸਨ, ਉੱਥੇ ਸਾਹਮਣੇ ਆ ਕੇ ਖਲੋ ਗਈ ਤੇ ਉਹਦੇ ਮੂੰਹ ਤੋਂ ਬਚਨ ਨਿਕਲਿਆ ਬ੍ਰਹਮ ਬ੍ਰਿਉ। ਬ੍ਰਹਮ ਬ੍ਰਿਉ ਭਾਵ ਵਰ ਮੰਗੋ, ਵਰ ਮੰਗੋ, ਇਹ ਉਸਨੇ ਆਖਿਆ ਹੈ। ਭਾਈ ਜੈ ਜਗਦੰਬਾ ਕਹਿ ਗੁਰ ਖਰੇ। ਮਹਾਰਾਜ ਜਦੋਂ ਵੇਖਿਆ ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਹੋ ਕੇ ਸਾਹਮਣੇ ਆ ਗਈ ਹੈ ਤਾਂ ਮਹਾਰਾਜ ਆਪਣੇ ਆਸਣ ਤੋਂ ਹੱਥ ਜੋੜ ਕੇ ਖਲੋ ਗਏ ਹਨ ਤੇ ਜਗਤ ਮਾਤ ਚੰਡਕਾ ਦਾ ਜੈਕਾਰਾ ਗਜਾਇਆ ਹੈ। ਸਕਲ ਰੂਪ ਕੋ ਦੇਖਣ ਕਰੇ। ਔਰ ਉਸ ਅਕਾਲ ਪੁਰਖ ਦੀ ਸ਼ਕਤੀ ਦਾ ਸਾਰਾ ਸਰੂਪ ਦੇਖਿਆ ਹੈ। ਇਹ ਨਹੀਂ ਵੀ ਪਹਿਲਾਂ ਹੀ ਮਹਾਰਾਜ ਨੇ ਅੱਖਾਂ ਬੰਦ ਕਰ ਲਈਆਂ, ਪਹਿਲਾਂ ਮਹਾਰਾਜ ਨੇ ਸਿਰ ਤੋਂ ਪੈਰਾਂ ਤੱਕ ਉਹ ਸਾਰੀ ਸ਼ਕਤੀ ਨੂੰ ਆਪਣੇ ਧਿਆਨ ਵਿੱਚ ਲਿਆਂਦਾ ਹੈ। ਜਦੋਂ ਪ੍ਰਤੱਖ ਆ ਗਈ ਤੇ ਆਪਣੇ ਨੇਤਰਾਂ ਨਾਲ ਦੇਖਿਆ ਹੈ। ਇੱਕ ਵਾਰ ਨਖ ਸਿਖ ਤੇ ਹੇਰ। ਇੱਕ ਵਾਰੀ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਸ਼ਕਤੀ ਦਾ ਸਾਰਾ ਸਰੂਪ ਤੱਕਿਆ ਹੈ। ਨਮੋ ਕਰਤ ਚਖ ਮੀਚੇ ਫੇਰ। ਫਿਰ ਹੱਥ ਜੋੜ ਕੇ ਨਮਸਕਾਰ ਕਰਦਿਆਂ ਹੋਇਆਂ ਨੇ ਉਹ ਆਪਣੇ ਨੇਤਰ ਜਿਹੜੇ ਜਿਨ੍ਹਾਂ ਨਾਲ ਉਸ ਜਗਤ ਮਾਤ ਚੰਡਕਾ ਦੇ ਦਰਸ਼ਨ ਕਰ ਲਏ ਸਨ, ਮਹਾਰਾਜ ਨੇ ਆਪਣੇ ਨੇਤਰ ਬੰਦ ਕਰ ਲਏ ਹਨ। ਹੱਥ ਜੋੜ ਸਨਮੁਖ ਹੀ ਰਹੇ। ਨੇਤਰ ਬੰਦ ਕਰ ਲਏ ਨੇ ਤੇ ਹੱਥ ਜੋੜ ਕੇ ਮਨ ਹੀ ਮਨ ਉਸ ਚੰਡੀ ਦਾ ਸਵਾਗਤ ਕਰਦੇ ਹੋਏ ਸਾਹਮਣੇ ਖੜੇ ਰਹੇ ਨੇ। ਹਿਰਦੇ ਮਨੋਰਥ ਦੇਵੀ ਲਹੇ। ਦੇਵੀ ਜਗਤ ਮਾਤ ਚੰਡਕਾ ਮਨ ਦੇ ਮਨੋਰਥ ਜਾਣਦੀ ਹੈ। ਬਿਨਾਂ ਬੋਲਿਆ ਹੀ ਮਹਾਰਾਜ ਬਾਣੀ 'ਚ ਕਹਿੰਦੇ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗੇ ਕੀਚੈ ਅਰਦਾਸ। ਮਹਾਰਾਜ 10ਵੇਂ ਪਾਤਸ਼ਾਹ ਤੇ ਸ਼ਕਤੀ ਇੱਕੋ ਹੀ ਰੂਪ ਹਨ। ਇਹ ਸਾਰਾ ਪ੍ਰਸੰਗ ਸਿਰਫ ਸਾਡੀ ਆਤਮਾ ਨੂੰ ਜਗਾਉਣ ਵਾਸਤੇ ਹੈ ਖਾਲਸਾ ਜੀ। ਤੋ ਕਈ ਵਾਰੀ ਸ਼ੰਕਾਵਾਦੀਆਂ ਦੇ ਮਨ 'ਚ ਸ਼ੰਕਾ ਆ ਜਾਂਦਾ ਗੁਰੂ ਨੂੰ ਕੀ ਲੋੜ ਪਈ ਸੀ ਭਗਤੀ ਕਰਨ ਦੀ, ਚੰਡਕਾ ਨੂੰ ਪ੍ਰਗਟ ਕਰਨ ਦੀ। ਗੁਰੂ ਤੇ ਆਪ ਹੀ ਸ਼ਕਤੀ ਸੰਪੰਨ ਹੈ। ਗੁਰੂ ਤਾਂ ਆਪ ਸਭ ਕੁਝ ਕਰ ਸਕਦਾ, ਪਰ ਗੁਰੂ ਨੇ ਨਰ ਲੀਲਾ ਕੀਤੀ ਹੈ ਸਾਨੂੰ ਸਮਝਾਉਣ ਲਈ, ਸਾਨੂੰ ਰਾਹ ਪਾਉਣ ਲਈ। ਅਸੀਂ ਆਪਣਾ ਜੀਵਨ ਦਾ ਇਹ ਜਿਹੜਾ ਸੰਗਰਾਮ ਹੈ ਕਿਵੇਂ ਲੜਨਾ ਹੈ, ਅਸੀਂ ਇਸ ਯੁੱਧ ਵਿੱਚ ਕਿਵੇਂ ਸਫਲ ਹੋਣਾ ਹੈ, ਗੁਰੂ ਸਾਹਿਬ ਸਾਨੂੰ ਦੱਸ ਰਹੇ ਹਨ। ਪਲਟਿਓ ਚਤੁਰਭੁਜੀ ਪੁਨ ਰੂਪ। ਫਿਰ ਚਤੁਰਭੁਜੀ ਨੇ ਆਪਣਾ ਰੂਪ ਜਿਹੜਾ ਸੀ ਉਹ ਪ੍ਰਗਟ ਕਰ ਲਿਆ। ਹੁਣ ਕੰਚਨ ਬਰਣੀ ਭਈ ਅਨੂਪ। ਮਹਾਰਾਜ ਨੇਤਰ ਬੰਦ ਕਰਕੇ ਖੜੇ ਨੇ
ਤੇ ਉਹ ਜਿਹੜਾ ਭਿਆਨਕ ਰੂਪ ਧਾਰ ਕੇ ਆਈ ਸੀ, ਕਾਲਾ ਰੂਪ, ਬੜੇ ਬੜੇ ਭਿਆਨਕ ਨੇਤਰ, ਡਰਾਉਣੇ ਲਾਲ ਲਾਲ ਤੇ ਵਾਲ ਖਿਲਰੇ ਹੋਏ, ਲੱਟ ਛੂਟੀ ਵਰਤੈ ਬਿਕਰਾਲ, ਕੋਟ ਕਲਾਂ ਖੇਲੈ ਗੋਪਾਲ। ਉਹ ਡਰਾਉਣਾ ਰੂਪ ਉਸਨੇ ਬਦਲ ਲਿਆ ਹੈ ਤੇ ਹੁਣ ਚਤੁਰਭੁਜੀ ਵਾਲਾ ਜਿਹੜਾ ਸੁੰਦਰ ਸਰੂਪ ਹੈ ਉਹ ਧਾਰਨ ਕਰ ਲਿਆ ਹੈ। ਚੜੀ ਸਿੰਘ ਪਰ ਆਯੁਧ ਧਰੇ, ਕੰਚਨ ਬਰਨੀ ਭਈ ਅਨੂਪ, ਸੋਨੇ ਵਰਗਾ ਰੰਗ ਹੋ ਗਿਆ। ਪਹਿਲਾਂ ਕਾਲਾ ਰੰਗ ਸੀਗਾ ਜਦੋਂ ਮਹਾਰਾਜ ਦੇਖ ਰਹੇ ਸਨ, ਜਦੋਂ ਮਹਾਰਾਜ ਨੇ ਨੇਤਰ ਬੰਦ ਕਰ ਲਏ ਨੇ, ਚੰਡੀ ਨੇ ਆਪਣਾ ਸਰੂਪ ਬਦਲ ਲਿਆ ਹੈ। ਹੁਣ ਸੁੰਦਰ ਰੂਪ ਵਿੱਚ ਆ ਗਈ ਹੈ, ਜਿਹਦੇ 'ਚ ਮਹਾਰਾਜ ਨਾਲ ਬਚਨ ਕਰ ਸਕੇ, ਕਿਉਂਕਿ ਅਕਾਲ ਪੁਰਖ ਦੇ ਤਾਂ ਸਾਰੇ ਹੀ ਰੂਪ ਹਨ। ਸਾਧ ਸੰਗਤ ਜੀ, ਜਿਹੋ ਜੀ ਕਲਾ ਵਰਤਾਣੀ ਹੁੰਦੀ ਉਹੋ ਜਿਹਾ ਰੂਪ ਧਾਰਨ ਕਰ ਲੈਂਦਾ ਹੈ। ਜਦੋਂ ਭਿਆਨਕ ਰੂਪ ਧਾਰਨ ਕਰਨਾ ਹੈ ਉਹ ਮਹਾਰਾਜ ਨੇ ਲਿਖ ਦਿੱਤਾ ਕਿਤਨਾ ਭਿਆਨਕ ਹੈ, ਤੇ ਜਦੋਂ ਬਚਨ ਬਿਲਾਸ ਕਰਨੇ ਨੇ ਬੜਾ ਮਨਮੋਹਕ ਰੂਪ ਹੈ। ਤਾਂ ਹੁਣ ਸੋਨੇ ਵਰਗਾ ਰੂਪ ਹੋ ਗਿਆ। ਉਪਮਾ ਨਹੀਂ ਕਹਿ ਸਕਦੀ, ਸ਼ੇਰ ਤੇ ਸਵਾਰ, ਸਾਰੇ ਹੱਥਾਂ 'ਚ ਸ਼ਸਤਰ ਧਾਰਨ ਕੀਤੇ ਹੋਏ ਨੇ। ਚਾਰ ਚੰਦਰ ਭਾਲਾ ਛਬ ਭਰੇ, ਕਹਿੰਦੇ ਮੱਥਾ ਜਿਹੜਾ ਹੈ ਛਬੀ ਨਾਲ ਭਰਿਆ ਹੋਇਆ ਹੈ, ਚੰਦਰਮਾ ਵਰਗਾ ਮੁਖੜਾ ਹੈ ਚੰਡੀ ਦਾ। ਹੁਣ ਹਰ ਸੋ ਮੁਖ ਹੈ, ਹਰਤੀ ਦੁੱਖ ਹੈ, ਅਲਕੈ ਹਰ ਹਾਰ ਪ੍ਰਭਾ ਹਰ ਨੀ ਹੈ। ਮਹਾਰਾਜ ਨੇ ਚੰਡੀ ਚਰਿੱਤਰ ਦੇ ਰੂਪ ਲਿਖਿਆ ਹੀ ਹੈ ਨਾ। ਕਹਿੰਦੇ ਹਰ ਸੋ ਮੁਖ ਹੈ, ਚੰਦਰਮਾ ਵਰਗਾ ਮੁਖੜਾ ਹੈ। ਕਹਿੰਦੇ ਹਰ ਸੋ ਮੁਖ ਹੈ, ਹਰਤੀ ਦੁੱਖ ਹੈ, ਦੁੱਖਾਂ ਨੂੰ ਹਰਨ ਵਾਲੀ ਹੈ। ਅਲਕੈ ਹਰ ਹਾਰ ਪ੍ਰਭਾ ਹਰਨੀ ਹੈ। ਜਿਹੜੇ ਉਹਦੀਆਂ ਸੋਹਣੀਆਂ ਜ਼ੁਲਫਾਂ ਨੇ ਉਹ ਤੇ ਸ਼ਿਵ ਜੀ ਦੇ ਕਾਲੇ ਨਾਗਾਂ ਦੀ ਪ੍ਰਭਾ ਨੂੰ ਵੀ ਪਿੱਛੇ ਸੁੱਟਦੀਆਂ ਨੇ। ਐਸਾ ਸੁੰਦਰ ਸਰੂਪ ਹੈ। ਮੰਗ ਪੁੱਤਰ ਦੇਵੋ ਅਬ ਤੋਹੀ, ਹੁਣ ਉਹ ਮਾਤਾ ਦੇ ਰੂਪ ਚ ਆਈ ਹੈ ਤੇ ਮਹਾਰਾਜ ਨੇ ਲਿਖਿਆ ਨਾ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਉਹ ਮਾਤਾ ਅਕਾਲ ਪੁਰਖ ਦੀ ਸ਼ਕਤੀ, ਜਿਹਦੇ ਬਾਰੇ ਸਾਧ ਸੰਗਤ ਜੀ ਸਰਬਲੋ ਪ੍ਰਕਾਸ਼ ਵਿੱਚ ਮਹਾਰਾਜ ਕਹਿੰਦੇ ਕਿ ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਲਿਓ ਲੈ ਖਾਸ ਪਲੀ, 40 ਨਾਰੇ ਬੀਜ ਖਾਲਸੈ, ਮੁਕਤੇ ਪਾਵਨ ਸਿੰਘ ਬਲੀ। ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਦਿਓ ਲੈ ਖਾਸ ਪਲੀ। ਉਹ ਜਿਹੜੀ ਖਾਸ ਗੋਦ ਹੈ ਨਾ ਮਾਤਾ ਭਗਵਤੀ ਦੀ ਹੈ, ਚੰਡੀ ਦੀ ਹੈ, ਜਿਹੜੀ ਖਾਲਸੇ ਦੇ ਗਾਤਰੇ 'ਚ ਸ਼ੋਭਾ ਪਾ ਰਹੀ ਹੈ। ਤਖਤਾਂ ਉੱਤੇ ਪ੍ਰਕਾਸ਼ ਹੈ, ਨਿਸ਼ਾਨ ਸਾਹਿਬ ਤੇ ਖੰਡੇ ਦੇ ਰੂਪ 'ਚ ਝੂਲਦੀ ਹੈ। ਇਹ ਸ਼ਕਤੀ ਨੂੰ ਕੌਣ ਗੁਰੂ ਘਰ ਤੋਂ ਕੱਢ ਸਕਦਾ ਹੈ? ਹਰ ਗੁਰਦੁਆਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਭਾਵੇਂ ਇੱਕ ਹੀ ਸ਼ਸਤਰ ਹੋਵੇ ਅੱਗੇ ਜ਼ਰੂਰ ਪ੍ਰਕਾਸ਼ ਹੁੰਦਾ। ਕਿਰਪਾਨ ਹੋਵੇ, ਚੱਕਰ ਹੋਵੇ, ਖੰਡਾ ਹੋਵੇ, ਇਹ ਜ਼ਰੂਰ ਪ੍ਰਕਾਸ਼ ਕੀਤੇ ਜਾਂਦੇ। ਕਿਉਂ ਕਰੇ ਜਾਂਦੇ ਹੈ? ਕਿਉਂਕਿ ਪ੍ਰਥਮ ਭਗਉਤੀ ਸਿਮਰਕ ਹੈ। ਸੋ ਉਹ ਜਗਤ ਮਾਤ ਚੰਡਕਾ ਹੁਣ ਮਾਤਾ ਰੂਪ ਵਿੱਚ ਆ ਕੇ ਕਹਿਣ ਲੱਗੀ, ਮੰਗ ਪੁੱਤਰ ਦੇਵੋ ਅਬ ਤੋਹੀ। ਜਿਸ ਤਰ੍ਹਾਂ ਮਹਾਰਾਜ ਨੇ ਆਪਣੀ ਬਾਣੀ 'ਚ ਲਿਖਿਆ, ਕਛ ਵਰ ਮੰਗੋ ਪੂਤ ਸਿਆਣੇ, ਹੇ ਸਿਆਣੇ ਪੁੱਤਰ ਕੋਈ ਵਰ ਮੰਗੋ। ਸੇਵਾ ਕਰਤ ਰਿਝਾਇਓ ਮੋਹੀ, ਤੁਸੀਂ ਮੈਨੂੰ ਸੇਵਾ ਕਰਕੇ ਪ੍ਰਸੰਨ ਕਰ ਲਿਆ ਹੈ, ਰਿਝਾ ਲਿਆ ਹੈ। ਇੰਨੀ ਕਰੜੀ ਤਪੱਸਿਆ ਕਰਕੇ ਤੁਸੀਂ ਮੈਨੂੰ ਕਲਯੁਗ ਦੇ ਵਿੱਚ ਮਜਬੂਰ ਕਰ ਦਿੱਤਾ। ਮੈਂ ਤੁਹਾਨੂੰ ਵਰ ਦੇਣ ਲਈ ਆ ਗਈ ਹਾਂ। ਪ੍ਰਥਮ ਪ੍ਰਤਿਗਿਆ ਸਿਮਰੋ ਸੋਏ, ਜਿਹੜੀ ਪਹਿਲਾਂ ਪ੍ਰਤਿਗਿਆ ਕੀਤੀ ਸੀ ਉਹ ਯਾਦ ਕੀਤੀ। ਮੈਂ ਤੁਹਾਨੂੰ ਕਿਹਾ ਸੀ ਸਤਿਯੁਗ ਦੇ ਵਿੱਚ ਬਈ ਜਦੋਂ ਕਲਯੁਗ ਦਾ ਸਮਾਂ ਆਵੇਗਾ ਉਦੋਂ ਮੈਂ ਤੁਹਾਡੇ ਪੰਥ ਵਿੱਚ ਵਰਤਾਂਗੀ ਔਰ ਤੁਹਾਡੇ ਪੰਥ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਾਂਗੀ। ਜਦੋਂ ਸਾਧ ਸੰਗਤ ਜੀ ਬੇਲ ਸੁਬੇਲ ਨਾਮ ਦੇ ਬੜੇ ਦੁਸ਼ਟ ਰਾਖਸ਼ ਪੈਦਾ ਹੋ ਗਏ ਸਨ, ਉਹਨਾਂ ਨੇ ਸਾਰੀ ਧਰਤੀ ਤੇ ਦੇਵਤਿਆਂ ਦਾ ਜੀਣਾ ਹਰਾਮ ਕਰ ਦਿੱਤਾ। ਸੰਤਾਂ ਭਗਤਾਂ ਨੂੰ ਮਾਰਦੇ ਸਨ, ਮੰਦਰਾਂ ਗੁਰਦੁਆਰਿਆਂ ਨੂੰ ਤਾਲੇ ਲਾ ਦਿੱਤੇ, ਪੂਜਾ ਪਾਠ ਯੱਗ ਹਵਨ ਸਭ ਬੰਦ ਕਰਵਾ ਦਿੱਤੇ। ਦੇਵਤੇ ਭੱਜ ਕੇ ਪਹਾੜਾਂ, ਸਮੁੰਦਰਾਂ, ਦਰਿਆਵਾਂ ਦੇ ਕੰਢਿਆਂ ਤੇ ਖੱਡਾਂ ਜੰਗਲਾਂ 'ਚ ਜਾ ਕੇ ਲੁਕ ਗਏ। ਫਿਰ ਚੰਡੀ ਨੂੰ ਯਾਦ ਕੀਤਾ, ਚੰਡੀ ਨੇ ਉਹਨਾਂ ਨਾਲ ਯੁੱਧ ਕੀਤਾ। ਯੁੱਧ ਕਰਦੇ ਕਰਦੇ ਉਹਨਾਂ ਨੂੰ ਜਦੋਂ ਮਾਰਿਆ ਤੇ ਉਹਨਾਂ ਰਾਖਸ਼ਾਂ ਦੇ ਸਰੀਰ ਦੇ ਜਿੰਨੇ ਖੂਨ ਦੇ ਤੁਪਕੇ ਥੱਲੇ ਡਿੱਗੇ ਉਨੇ ਹੀ ਹੋਰ ਪੈਦਾ ਹੋ ਗਏ। ਉਹਨਾਂ ਨੂੰ ਮਾਰਿਆ ਉਹਨੇ ਹੋਰ ਜ਼ਿਆਦਾ, ਉਹ 10 ਗੁਣਾ, ਫਿਰ 100 ਗੁਣਾ, ਫਿਰ 1000 ਗੁਣਾ, ਫਿਰ ਲੱਖਾਂ ਗੁਣਾ ਹੋ ਗਏ। ਜਦੋਂ ਸਾਧ ਸੰਗਤ ਜੀ ਇਹ ਸਾਰੇ ਰਾਖਸ਼ ਸਾਰੇ ਪਾਸੇ ਫੈਲ ਗਏ, ਚੰਡੀ ਉਸ ਵੇਲੇ ਇਹਨਾਂ ਤੋਂ ਭੈਭੀਤ ਹੋ ਕੇ ਭੱਜ ਕੇ ਉੱਥੇ ਪਹੁੰਚੀ ਜਿੱਥੇ ਸ੍ਰੀ ਹੇਮਕੁੰਟ ਸਾਹਿਬ ਹੈ। ਉੱਥੇ ਇੱਕ ਮਹਾਂਪੁਰਸ਼ ਬ੍ਰਹਮ ਗਿਆਨੀ ਪਰਮੇਸ਼ਰ ਦੇ ਭਗਤ ਤਤਬੇਦ ਤੇ ਸਮੁੰਦ ਰਿਸ਼ੀ ਜੀ ਸਮਾਧੀ 'ਚ ਬੈਠੇ ਹੋਏ ਪਰਮੇਸ਼ਰ ਦਾ ਭਜਨ ਕਰ ਰਹੇ ਸਨ। ਉਹਨਾਂ ਨੂੰ ਜਾ ਕੇ ਕਹਿਣ ਲੱਗੀ ਸਮੁੰਦ ਰਿਸ਼ੀ ਜੀ ਨੂੰ ਕਿ ਮਹਾਂਪੁਰਸ਼ੋ
ਰਾਖਸ਼ ਮੇਰੇ ਪਿੱਛੇ ਲੱਗੇ ਹਨ, ਰਾਖਸ਼ਾਂ ਦਾ ਬਲ ਬਹੁਤ ਵੱਧ ਗਿਆ ਹੈ। ਹੁਣ ਕਿਰਪਾ ਕਰੋ, ਇਹਨਾਂ ਰਾਖਸ਼ਾਂ ਨੂੰ ਸਮਾਪਤ ਕਰਾਓ, ਮੇਰੀ ਜਾਨ ਬਚਾਓ, ਮੈਨੂੰ ਰੱਖਿਆ ਕਰੋ। ਮਹਾਰਾਜ ਉਸ ਸਮੁੰਦ ਰਿਸ਼ੀ ਜੀ ਨੇ ਉਸ ਵੇਲੇ ਉਸ ਸ਼ਕਤੀ ਨੂੰ ਉੱਥੇ ਅਲੋਪ ਕਰ ਲਿਆ। ਪਿੱਛੋਂ ਰਾਖਸ਼ ਆ ਕੇ ਕਹਿੰਦੇ, ਉਹ ਬਾਬਾ ਇੱਥੇ ਕੋਈ ਰਾਂਡ ਤਾਂ ਨਹੀਂ ਆਈ? ਉਹ ਮਹਾਂਪੁਰਸ਼ ਬੋਲੇ, ਓਏ ਮੂਰਖੋ, ਘੱਟੋ ਘੱਟ ਬੋਲਣਾ ਤਾਂ ਸਿੱਖ ਲਓ। ਉਹ ਜਗਤ ਮਾਤਾ ਹੈ ਜਿਹਨੂੰ ਤੁਸੀਂ ਅਪਸ਼ਬਦ ਬੋਲ ਰਹੇ ਹੋ। ਉਹ ਕਹਿੰਦੇ ਇਹਨੂੰ ਵੀ ਫੜੋ, ਇਹ ਵੀ ਉਹਦੇ ਨਾਲ ਦਾ ਹੀ ਹੈ। ਜਦੋਂ ਸਮੁੰਦ ਰਿਸ਼ੀ ਜੀ ਨੂੰ ਮਾਰਨ ਲੱਗੇ, ਉਹਨਾਂ ਨੇ ਸ਼ੇਰ ਦੀ ਖੱਲ ਚੁੱਕ ਕੇ ਜ਼ੋਰ ਨਾਲ ਝਾੜੀ। ਉਹਦੇ ਵਿੱਚੋਂ ਸਾਧ ਸੰਗਤ ਜੀ ਇੱਕ ਬਹੁਤ ਤੇਜਸਵੀ ਨੌਜਵਾਨ ਸੁੰਦਰ ਸਰੂਪ ਸਰਬ ਸ਼ਕਤੀ ਸੰਪੰਨ ਬੜਾ ਸੂਰਮਾ ਪੁੱਤਰ ਪੈਦਾ ਹੋਇਆ। ਔਰ ਜਿੰਨੇ ਵਾਲ ਸ਼ੇਰ ਦੀ ਖੱਲ ਵਿੱਚੋਂ ਥੱਲੇ ਡਿੱਗੇ, ਉਨੇ ਹੀ ਬੱਬਰ ਸ਼ੇਰ ਪੈਦਾ ਹੋ ਗਏ। ਸਮੁੰਦ ਰਿਸ਼ੀ ਜੀ ਨੂੰ ਆਖਿਆ, ਪਿਤਾ ਜੀ ਕੀ ਆਗਿਆ ਹੈ? ਉਹ ਕਹਿਣ ਲੱਗੇ, ਪੁੱਤਰ ਸ਼ਸਤਰ ਫੜ ਲਓ, ਇਹਨਾਂ ਰਾਖਸ਼ਾਂ ਮਨੇਸ਼ਾਂ ਨੂੰ ਖਤਮ ਕਰਕੇ, ਇਹਨਾਂ ਦਾ ਨਾਸ਼ ਕਰਕੇ ਸਾਡੇ ਕੋਲ ਆ ਜਾਓ। ਆਹ ਸ਼ੇਰਾਂ ਦੀ ਫੌਜ ਲੈ ਜਾਓ, ਤੁਸੀਂ ਮਾਰੀ ਜਾਓ, ਇਹ ਖੂਨ ਪੀਵੀ ਜਾਣਗੇ ਅਤੇ ਇਹ ਸਾਰੇ ਇਹਨਾਂ ਨੂੰ ਸਮਾਪਤ ਕਰਕੇ ਵਾਪਸ ਆ ਜਾਓ। ਉਸ ਵੇਲੇ ਉਹ ਨੌਜਵਾਨ ਜਿਹਦਾ ਨਾਮ ਦੁਸ਼ਟ ਦਮਨ ਸੀ, ਆਪਣੇ ਪਿਤਾ ਸਮੁੰਦ ਰਿਸ਼ੀ ਜੀ ਦੀ ਆਗਿਆ ਲੈ ਕੇ ਉਹਨਾਂ ਰਾਖਸ਼ਾਂ ਨਾਲ ਯੁੱਧ ਕਰਨ ਲਈ ਚੱਲ ਪਏ ਅਤੇ ਸ਼ੇਰਾਂ ਨੇ ਉਹਨਾਂ ਦਾ ਲਹੂ ਪੀ ਲਿਆ। ਸਾਰਾ ਧਰਤੀ ਦਾ ਜਿੰਨਾ ਭਾਰ ਸੀ ਰਾਖਸ਼ਾਂ ਦਾ ਹੌਲਾ ਕਰਕੇ ਵਾਪਸ ਆਪਣੇ ਗੁਰਦੇਵ ਪਿਤਾ ਸਮੁੰਦ ਰਿਸ਼ੀ ਜੀ ਕੋਲ ਆ ਗਏ ਅਤੇ ਆ ਕੇ ਮੱਥਾ ਟੇਕਿਆ। ਪਿਤਾ ਜੀ ਹੁਣ ਕੀ ਆਗਿਆ ਹੈ? ਕਹਿਣ ਲੱਗੇ, ਹੁਣ ਬਹਿ ਕੇ ਤਪੱਸਿਆ ਕਰੋ, ਕਲਯੁਗ ਦੇ ਸਮੇਂ ਵਿੱਚ ਇਹ ਰਾਖਸ਼ ਫੇਰ ਪੈਦਾ ਹੋ ਜਾਣੇ ਆ, ਕਿਉਂਕਿ ਆਤਮਾ ਕਦੀ ਕਿਸੇ ਦੀ ਮਰਦੀ ਨਹੀਂ। ਦੇਵਤਿਆਂ ਦੀ ਆਤਮਾ ਵੀ ਦੁਬਾਰਾ ਜਨਮ ਲੈ ਲੈਂਦੀ ਹੈ, ਰਾਖਸ਼ਾਂ ਦੀ ਆਤਮਾ ਵੀ ਦੁਬਾਰਾ ਜਨਮ ਲੈ ਲੈਂਦੀ ਹੈ। ਇਹ ਵਾਹਿਗੁਰੂ ਦੀ ਰਚਨਾ ਹੈ। ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਇਹਨਾਂ ਦੇ ਵਿੱਚ ਝਗੜਾ ਪਾਇਆ ਹੋਇਆ। ਇਹ ਰਾਖਸ਼ ਫਿਰ ਪੈਦਾ ਹੋਣਗੇ ਔਰ ਉਸ ਵੇਲੇ ਇਹਨਾਂ ਰਾਖਸ਼ਾਂ ਤੋਂ ਸਾਰੀ ਧਰਤੀ ਜਿਹੜੀ ਹੈ ਭੈਭੀਤ ਹੋ ਜਾਏਗੀ। ਉਸ ਵੇਲੇ ਇਹ ਦੇਵਤਿਆਂ ਨੂੰ ਸੰਤਾਂ ਭਗਤਾਂ ਨੂੰ ਮਾਰਨਗੇ, ਨਾਮ ਨਹੀਂ ਜਪਣ ਦੇਣਗੇ, ਇਹ ਆਪਣਾ ਹੀ ਮਤ ਚਲਾ ਲੈਣਗੇ। ਉਸ ਵੇਲੇ ਇਹਨਾਂ ਦੇ ਨਾਸ ਵਾਸਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਧਰਤੀ ਤੇ ਅਵਤਾਰ ਧਾਰੇਗਾ। ਲੋਕਾਂ ਨੂੰ ਪਰਮੇਸ਼ਰ ਦਾ ਸੱਚ ਦਾ ਰਾਹ ਦੱਸਣਗੇ ਅਕਾਲ ਪੁਰਖ ਜੀ। ਉਹਨਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਵੇਗਾ। ਉਹਨਾਂ ਦੀ ਜੋਤ 10 ਜਾਮਿਆਂ 'ਚ ਵਰਤੇਗੀ। 9ਵੀਂ ਥਾਂ 'ਤੇ ਜੋਤ ਸਾਡੇ ਵਿੱਚ ਆਵੇਗੀ। ਸਾਡਾ ਨਾਮ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਵੇਗਾ ਔਰ ਤੁਹਾਡਾ ਸਾਡੇ ਘਰ ਜਨਮ ਹੋਵੇਗਾ ਜਿਵੇਂ ਹੁਣ ਹੋਇਆ ਹੈ। ਉਸ ਵੇਲੇ ਤੁਹਾਡਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੋਵੇਗਾ। ਇਹਨਾਂ ਮਲੇਸ਼ਾਂ ਨੂੰ ਮਾਰਨ ਲਈ ਆ ਜਿੰਨੇ ਬੱਬਰ ਸ਼ੇਰ ਹਨ ਤੁਹਾਡੇ ਨਾਲ ਬਹਿ ਕੇ ਹੁਣ ਤਪ ਕਰਨਗੇ। ਉਸ ਵੇਲੇ ਸਿੰਘ ਨਾਮ ਖਾਲਸਾ ਖੱਲ ਤੋਂ ਪੈਦਾ ਹੋਇਆ। ਇਹ ਖਾਲਸਾ ਫੌਜ ਪੈਦਾ ਹੋਵੇਗੀ ਔਰ ਫਿਰ ਇਹ ਖਾਲਸਾ ਸਿੰਘ ਉਹਨਾਂ ਰਾਖਸ਼ਾਂ ਦਾ ਨਾਸ਼ ਕਰਕੇ ਧਰਮ ਦਾ ਰਾਜ ਕਾਇਮ ਕਰਨਗੇ। ਉਹ ਸ਼ਕਤੀ ਜਿਹੜੀ ਹੈ ਉਸ ਵੇਲੇ ਤੁਹਾਡੇ ਕੰਮ ਆਵੇਗੀ। ਸੋ ਸ਼ਕਤੀ ਕਹਿ ਰਹੀ ਹੈ, ਪ੍ਰਥਮ ਪ੍ਰਤਿਗਿਆ ਸਿਮਰੋਂ ਸੋਏ। ਮੈਂ ਜਿਹੜੀ ਤੁਹਾਨੂੰ ਸ਼ਕਤੀ ਦੇਣ ਦੀ ਪ੍ਰਤਿਗਿਆ ਕੀਤੀ ਸੀ ਵੀ ਤੁਸੀਂ ਮੇਰੀ ਸਹਾਇਤਾ ਕੀਤੀ ਹੈ, ਕਲਯੁਗ ਵਿੱਚ ਮੈਂ ਤੁਹਾਡੇ ਪੰਥ ਦੀ ਸਹਾਇਤਾ ਕਰਾਂਗੀ। ਚਾਹੋ ਸੋ ਕਹੋ ਸੰਪੂਰਨ ਹੋਏ। ਜੋ ਚਾਹੋਗੇ ਨਾ ਹੋ ਜਾਏਗਾ। ਤੁਹਾਡੇ ਰਸਨਾ ਉੱਤੇ ਬਲ ਹੈ ਗੁਰੂ ਕਲਗੀਧਰ ਜੀ। ਜੋ ਤੁਸੀਂ ਮੰਗੋਗੇ ਅੱਜ ਮਿਲ ਜਾਏਗਾ। ਮ੍ਰਿਦ ਬਚ ਮੋਦ ਭਰੇ ਸੁਨ ਫੇਰਾ। ਬੜੇ ਪਿਆਰ ਭਰੇ ਮਾਂ ਦਾ ਜਿਵੇਂ ਬੱਚੇ ਨੂੰ ਪੁੱਤਰ ਨੂੰ ਹੁੰਦਾ ਨਾ ਵੀ ਪੁੱਤਰ ਮੰਗ ਫਿਰ ਜੋ ਮੰਗਣਾ, ਤੇ ਮਾਂ ਪੁੱਤਰ ਦਾ ਸਾਧ ਸੰਗਤ ਜੀ ਇੱਕੋ ਹੀ ਰੂਪ ਹੁੰਦਾ। ਇਸ ਤੋਂ ਵੱਡਾ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਹੈ। ਮਾਂ ਜੈਸਾ ਕਣਛਾਵਾਂ ਬੂਟਾ ਜਗ ਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਉਹ ਜਗਤ ਮਾਤ ਚੰਡਕਾ ਤੇ ਪੁੱਤਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ। ਮਾਂ ਪੁੱਤਰ ਇੱਕੋ ਹੀ ਹੁੰਦੇ ਨੇ, ਵੱਡਾ ਛੋਟਾ ਨਹੀਂ ਹੁੰਦਾ ਕੋਈ। ਮਾਂ ਪੁੱਤਰ ਤੋਂ ਬਿਨਾਂ ਮਾਂ ਵੀ ਨਹੀਂ ਬਣ ਸਕਦੀ ਤੇ ਮਾਂ ਬਿਨਾਂ ਪੁੱਤਰ ਜਨਮ ਨਹੀਂ ਲੈ ਸਕਦਾ। ਇਸ ਕਰਕੇ ਸਾਧ ਸੰਗਤ ਜੀ ਭੇਦ ਵਿੱਚ ਨਹੀਂ ਪੈਣਾ। ਅਭੇਦ ਗਿਆਨ ਹੈ, ਇਹ ਅੰਦਰਲੀ ਗੱਲ ਹੈ। ਬਾਹਰਲਾ ਨਾ ਦੇਖਣਾ, ਬਾਹਰੋਂ ਤਾਂ ਸਮਝ ਨਹੀਂ ਆਉਣੀ ਕਿਸੇ ਨੂੰ। ਜਿੰਨੇ ਬਾਹਰ ਮੁਖੀ ਨੇ ਉਹਨਾਂ ਨੂੰ ਇਹ ਪ੍ਰਸੰਗ ਨਹੀਂ ਸਮਝ ਆਉਣਾ। ਜਿਨ੍ਹਾਂ ਦੀ ਬਿਰਤੀ ਅੰਤਰਮੁਖੀ ਹੋਵੇਗੀ, ਕਲਗੀਧਰ ਪਾਤਸ਼ਾਹ ਕਿਰਪਾ ਕਰਨਗੇ ਤਾਂ ਇਹਦਾ ਪ੍ਰਸੰਗ ਸਮਝ ਆਵੇਗਾ। ਸੋ ਕਹਿ ਰਹੇ ਨੇ ਕਿ ਜੋ ਮੰਗੋਗੇ ਉਹ ਤੁਹਾਨੂੰ ਮਿਲੇਗਾ। ਜਦੋਂ ਇਹ ਪਿਆਰ ਭਰੇ ਬਚਨ, ਕੋਮਲ ਬਚਨ, ਖੁਸ਼ੀ ਵਾਲੇ ਬਚਨ ਸੁਣੇ ਹਨ, ਖੋਲ ਬਿਲੋਚਨ ਦਰਸ਼ਨ ਹੀਰਾ। ਉਸ ਵੇਲੇ ਕਲਗੀਧਰ ਪਾਤਸ਼ਾਹ ਫਿਰ ਨੇਤਰ ਖੋਲ ਲਏ ਹਨ।
ਤੇ ਆਪ ਸਾਹਮਣੇ ਜਗਤ ਮਾਤ ਚੰਡਕਾ ਦੇ ਫਿਰ ਹੁਣ ਸੁੰਦਰ ਸਰੂਪ ਦੇ ਦਰਸ਼ਨ ਕਰ ਰਹੇ। ਪਹਿਲਾਂ ਭਿਆਨਕ ਸਰੂਪ ਦੇ ਦਰਸ਼ਨ ਕੀਤੇ ਹੈ, ਹੁਣ ਜਦੋਂ ਦੁਬਾਰਾ ਨੇਤਰ ਖੋਲ੍ਹੇ ਹੈ ਤੇ ਬੜਾ ਗੋਰੇ ਰੰਗ ਵਾਲਾ ਸੋਨੇ ਵਰਗਾ ਸਰੀਰ ਤੇ ਬੜੇ ਸੁੰਦਰ ਸ਼ਸਤਰ ਤੇ ਬਸਤਰਾਂ ਨਾਲ ਸੁਭਾਏਮਾਨ ਸ਼ਕਤੀ ਸਾਹਮਣੇ ਆਈ ਹੈ। ਦੇਹੋ ਬਾਰ ਮਾਤਾ ਪੰਥ ਉਪਾਵੋ। ਤੇ ਉਸ ਵੇਲੇ ਵਰ ਕੀ ਮੰਗਿਆ? ਮਾਤਾ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਮੈਨੂੰ ਵਰ ਦਿਓ, ਮੈਂ ਪੰਥ ਪੈਦਾ ਕਰਾਂ। ਜੋ ਅਕਾਲ ਪੁਰਖ ਨੇ ਮੇਰੀ ਡਿਊਟੀ ਲਾਈ ਹੈ, ਪਿਤਾ ਜੀ ਨੇ, ਵੀ ਪੰਥ ਖਾਲਸੇ ਦੀ ਸਿਰਜਣਾ ਕਰਨੀ ਹੈ, ਸੋ ਉਹਦੇ ਲਈ ਸ਼ਕਤੀ ਚਾਹੀਦੀ ਹੈ। ਵਰ ਦਿਓ, ਮੈਂ ਖਾਲਸਾ ਪੰਥ ਪ੍ਰਗਟ ਕਰਾਂ। ਤੁਰਕ ਰਾਜ ਕੋ ਤੇਜ ਖਪਾਵੋ। ਤੁਰਕ ਰਾਜ ਦਾ ਤਪ ਤੇਜ ਖਤਮ ਕਰ ਦਿਆਂ, ਤੁਰਕਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂ। ਹਿੰਦ ਧਰਮ ਨਿਤ ਹੋਏ ਬਿਨਾਸ਼ੇ। ਕਿਉਂਕਿ ਰੋਜ਼ ਹੀ ਸਨਾਤਨ ਧਰਮ ਨੂੰ ਖਤਮ ਕਰਨ ਦੇ ਲਈ ਔਰੰਗਜ਼ੇਬ ਨਵੀਆਂ ਨਵੀਆਂ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ। ਇਹ ਜਿਹੜਾ ਰਿਸ਼ੀਆਂ ਮੁਨੀਆਂ ਦਾ, ਸਾਧੂਆਂ ਸੰਤਾਂ ਦਾ ਧਰਮ ਸੀ। ਸਾਧ ਸੰਗਤ ਜੀ, ਆਹ ਧਰਮ ਨਹੀਂ ਜਿਹੜਾ ਅੱਜ ਕੱਲ੍ਹ ਲੋਕੀ ਚੁੱਕੀ ਫਿਰਦੇ ਨੇ ਜੀ। ਹਿੰਦੂ ਧਰਮ ਹੈ ਜੀ, ਇਹ ਮੁਸਲਮਾਨ ਧਰਮ ਹੈ ਜੀ, ਇਹ ਈਸਾਈ ਧਰਮ ਹੈ ਜੀ, ਇਹ ਜੈਨ ਧਰਮ ਹੈ। ਇਹ ਤਾਂ ਸਾਧ ਸੰਗਤ ਜੀ ਧਰਮ ਦੀਆਂ ਜਮਾਤਾਂ ਬਣ ਗਈਆਂ ਨੇ। ਧਰਮ ਤਾਂ ਹੈ ਬਈ ਆਪਣੇ ਆਪਣੇ ਅਸੂਲਾਂ 'ਤੇ ਪੱਕੇ ਰਹਿਣਾ। ਧਰਮ ਧਾਰਨ ਕਰਨ ਵਾਲੇ ਗੁਣਾਂ ਨੂੰ ਕਹਿੰਦੇ ਹੈ। ਪਿਓ ਧੀ ਦਾ, ਭੈਣ ਭਰਾ ਦਾ, ਮਾਂ ਪੁੱਤਰ ਦਾ, ਪਿਓ ਪੁੱਤਰ ਦਾ ਜੋ ਰਿਸ਼ਤਾ ਹੈ, ਜੋ ਸਮਾਜ ਦੀ ਮਰਜ਼ਾਦਾ ਹੈ, ਉਹ ਧਰਮ ਹੈ। ਉਹ ਗੁਰੂ ਸਿੱਖ ਦਾ ਕੀ ਧਰਮ ਹੈ, ਗੁਰੂ ਦਾ ਕੀ ਧਰਮ ਹੈ, ਇੱਕ ਗਾਹਕ ਦਾ ਕੀ ਧਰਮ ਹੈ, ਇੱਕ ਦੁਕਾਨਦਾਰ ਦਾ ਕੀ ਧਰਮ ਹੈ, ਇੱਕ ਰਾਜੇ ਦਾ ਕੀ ਧਰਮ ਹੈ, ਇੱਕ ਪ੍ਰਜਾ ਦਾ ਕੀ ਧਰਮ ਹੈ, ਇਹ ਭਰਾ ਭਰਾ ਦਾ ਕੀ ਧਰਮ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਰੀਤੀ ਰਿਵਾਜ ਮਹਾਂਪੁਰਸ਼ਾਂ ਨੇ ਹਜ਼ਾਰਾਂ ਸਾਲ ਪਹਿਲਾਂ ਰਿਸ਼ੀਆਂ ਮੁਨੀਆਂ ਨੇ ਜਪ ਤਪ ਕਰਕੇ, ਜਿਹੜੇ ਨੇਕ ਦਿਲ ਆਦਮੀ ਸਨ, ਜਿਨ੍ਹਾਂ ਦੀ ਆਤਮਾ ਬੜੀ ਪਵਿੱਤਰ ਸੀ, ਉਹਨਾਂ ਮਹਾਂਪੁਰਸ਼ਾਂ ਨੇ ਜਿਹੜਾ ਧਰਮ ਸਥਾਪਨ ਕੀਤਾ ਸੀ, ਉਹ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਝਗੜਾ ਨਹੀਂ ਸੀ। ਉਹ ਇਨਸਾਨੀਅਤ ਦੇ ਭਲੇ ਵਾਲਾ ਧਰਮ ਸੀ। ਉਹ ਧਰਮ ਕਲਯੁਗ ਦੇ ਵਿੱਚ ਨਾਸ ਹੋਣ ਲੱਗ ਪਿਆ ਹੈ ਤੇ ਉਸ ਦੀ ਰਾਖੀ ਅਸੀਂ ਕਰਨੀ ਹੈ। ਜਿਹੇ ਬਚਾਏ ਪੁਨ ਕਰੋ ਪ੍ਰਕਾਸ਼ੇ। ਮਹਾਰਾਜ ਕਹਿੰਦੇ ਅਸੀਂ ਇਹਨੂੰ ਬਚਾ ਲੈਣਾ ਹੈ, ਫਿਰ ਇਹਦਾ ਪ੍ਰਕਾਸ਼ ਕਰ ਦੇਣਾ ਹੈ। ਉਹ ਜਿਹੜਾ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। पाप ही प्रपक जाते धर्म तसक जाते वर्ण ग्रक जाते साहित विधान की। देवी देव देव रे संतोख सिंह दूर होते रीत मिट जाती कथा भेदन पुराण की। श्री गुरु गोबिंद सिंह पावन परम सूर मूर्त न होती जो पै करुणा निधान की। ਉਹ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਕਲਾ ਵਰਤਾਣੀ ਚਾਹੁੰਦੇ ਨੇ ਉਹਦੇ ਲਈ ਵਰ ਮੰਗ ਰਹੇ ਨੇ। ਤੁਮ ਕਰਤੇ ਅਸ ਆਯੁਧ ਪਾਵੋ। हे ਜਗਤ ਮਾਤ ਚੰਡਕਾ, हे ਅਕਾਲ ਪੁਰਖ ਪਰਮੇਸ਼ਰ, ਤੇਰੇ ਹੱਥ ਤੋਂ ਮੈਂ ਉਹ ਖੰਡਾ ਲੈਣਾ ਚਾਹੁੰਦਾ ਹਾਂ ਜਿਹਦੇ ਨਾਲ ਮੈਂ ਖਾਲਸੇ ਪੰਥ ਦੀ ਸਿਰਜਣਾ ਕਰਾਂਗਾ। ਜਿਹੇ ਪਖਾਰ ਨਿਜ ਪੰਥ ਪਿਲਾਵੋ। ਐਸਾ ਮੈਨੂੰ ਦੋ ਧਾਰਾ ਸ਼ਸਤਰ ਦੇ ਦੇ ਜਿਹਨੂੰ ਮੈਂ ਧੁਆ ਕੇ ਪਾਣੀ ਵਿੱਚ ਫੇਰ ਕੇ ਸਰਬਲੋ ਦੇ ਬਾਟੇ ਵਿੱਚ ਪਾ ਕੇ ਆਪਣੇ ਪੰਥ ਨੂੰ ਪਿਆ ਦਿਆਂਗਾ ਤੇ ਮੇਰਾ ਪੰਥ ਸੂਰਮਾ ਬਹਾਦਰ ਯੋਧਿਆਂ ਦਾ ਪੰਥ ਬਣ ਜਾਵੇਗਾ। ਜਿਸ ਤੇ ਧਾਰ ਹੈ ਤੇਜ ਕਰਾਲਾ। ਉਹ ਖੰਡੇ ਦੀ ਪੌਲ ਛਕਾਵਾਂਗਾ ਜਿਸ ਨੂੰ ਛਕ ਕੇ ਮੇਰਾ ਖਾਲਸਾ ਬੜਾ ਤਪ ਤੇਜ ਵਾਲਾ ਹੋ ਜਾਵੇਗਾ। ਭਿਆਨਕ ਸਰੂਪ ਹੋ ਜਾਏਗਾ ਖਾਲਸੇ ਦਾ ਵੈਰੀ ਦੇ ਲਈ। ਸ਼ਤਰੂ ਦੇ ਲਈ ਤਾਂ ਖਾਲਸਾ ਸਾਧ ਸੰਗਤ ਜੀ ਬੜਾ ਡਰਾਉਣਾ ਹੈ। ਅੱਜ ਵੀ ਜਿਹੜੇ ਪੰਥ ਦੇ ਦੋਖੀ ਹਨ ਵੇਖ ਵੇਖ ਕੇ ਡਰੀ ਜਾਂਦੇ ਆ। ਡਰਾਉਣ ਦੀ ਲੋੜ ਨਹੀਂ, ਕਿਸੇ ਨੂੰ ਘੂਰਨ ਦੀ ਵੀ ਲੋੜ ਨਹੀਂ ਪੈਂਦੀ। ਆਪੇ ਹੀ ਘਾਉ ਮਾਊ ਹਿਰਦੇ ਹੋ ਜਾਂਦੇ ਜਦੋਂ ਤਿਆਰ ਬਰ ਤਿਆਰ ਸ਼ਸਤਰ ਧਾਰੀ ਸਿੰਘ ਦੇ ਦਰਸ਼ਨ ਕਰਦੇ ਹਨ। ਜਿੱਤ ਹੈ ਸ਼ਤਰਨ ਬਲੀ ਵਿਸਾਲਾ। ਕਹਿੰਦੇ ਬੜਾ ਬਲੀ ਪੰਥ ਹੋਵੇਗਾ, ਸ਼ਤਰੂਆਂ ਨੂੰ ਜਿੱਤੇਗਾ। ਸਦਾ ਸਹਾਇ ਪੰਥ ਕੀ ਕੀਜੈ। ਇਹ ਜਗਤ ਮਾਤ ਚੰਡਕਾ, ਸਦਾ ਆਪਣੇ ਪੰਥ ਦੀ ਸਹਾਈ ਰਹਿਣਾ, ਸਦਾ ਅੰਗ ਸੰਗ ਰਹਿਣਾ, सदा दाहिने दास के दान दीजै तबै शाह गोबिंद का मन भतीजै। उग्रदंती च महाराज कहते सदा दाहिने मेरे सज्जे पासे रवी, मेरे हथ विच तलवार बन के शोभा पांदी रवी। सदा दाहिने दास के दान दीजै तबै शाह गोबिंद का मन भतीजै। हाँ जी, दिन प्रतवदै एही बर दीजै। मेरा पंथ खालसा दिनों दिन वधदा रवे, ਇਹੀ ਵਰ ਦਵੀਂ। ਤੋਹੇ ਚਰਿਤ ਵਸੈ ਮਨ ਮੇਰੇ। हे ਜਗਤ ਮਾਤ ਚੰਡਕਾ, ਤੇਰਾ ਜੁੱਧ ਵਾਲਾ ਚਰਿੱਤਰ, ਉਹ ਜਿਹੜਾ ਚੰਡੀ ਚਰਿੱਤਰ 'ਚ ਲਿਖਿਆ ਹੈ ਨਾ,
ਉਹ ਸਰੂਪ ਮੇਰੇ ਮਨ ਵਿੱਚ ਵਸਿਆ ਰਵੇ। ਮੈਂ ਹਮੇਸ਼ਾ ਹੀ ਜਗਤ ਮਾਤ ਚੰਡਕਾ ਤੇਰੇ ਸਰੂਪ ਦੇ ਧਿਆਨ ਵਿੱਚ ਰਵਾਂ। ਕਦੀ ਮੈਨੂੰ ਸੰਸਾਰ ਦੇ ਲੋਭ ਲਾਲਚ ਪ੍ਰਭਾਵਿਤ ਨਾ ਕਰਨ। ਬਸ ਇੱਕੋ ਹੀ ਹੈ ਕਿ ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ। ਦੇ ਅਨਿਤ ਨਾ ਨਿਤਰ ਹੈ ਜਸ ਨਾਮ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ। ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰੈ। ਮੈਂ ਆਪਣੇ ਜੀਵਨ ਦੇ ਆਖਰੀ ਪਲ ਲੜਦਾ ਹੋਇਆ ਸ਼ਹੀਦ ਹੋ ਜਾਵਾਂ, ਇਹੀ ਮੇਰੀ ਇੱਛਾ ਹੈ। ਸਿਮਰੋ ਜਿਨ ਕੋ ਸਾਂਝ ਸਵੇਰੇ। ਇਹ ਤੇਰਾ ਸਰੂਪ ਤੇਰੇ ਕੌਤਕਾਂ ਨੂੰ ਮੈਂ ਸਾਂਝ ਸਵੇਰੇ ਸਿਮਰਦਾ ਹਾਂ, ਸਦਾ ਹੀ ਸਿਮਰਦਾ ਰਵਾਂ। ਬਚਨ ਪੰਥ ਅਰ ਧੁਰ ਕਨ ਖੋਏ। ਖਾਲਸੇ ਪੰਥ ਨੂੰ ਪ੍ਰਗਟ ਕਰਨਾ ਹੈ, ਪੰਥ ਰਚਣਾ ਹੈ ਤੇ ਤੁਰਕਾਂ ਦੀ ਜੜ ਪੁੱਟਣੀ ਹੈ। ਕਰੋ ਕਿਰਪਾ ਵਰ ਦੀਜੋ ਦੋਏ। ਇਹ ਵਰ ਦੇ ਮੈਨੂੰ ਕਿ ਧਰਮ ਦਾ ਰਾਜ ਹੋਵੇ ਤੇ ਤੁਰਕ ਮਲੇਸ਼ ਜਿਹੜੇ ਪਾਪੀ ਦੁਸ਼ਟ ਜਮਨ ਹਨ ਉਹਨਾਂ ਦਾ ਨਾਸ ਹੋਵੇ। ਤਿਮ ਸੁਨ ਹਸੀ ਬਾਕ ਸੁਭ ਕੀਨੋ। ਇਹ ਸੁਣ ਕੇ ਜਗਤ ਮਾਤ ਚੰਡਕਾ ਹੜਹੜਾ ਕੇ ਹੱਸੀ ਤੇ ਸੁਭ ਬਚਨ ਆਪਣੇ ਮੁਖ ਤੋਂ ਇਉਂ ਕੀਤੇ। ਪੰਥ ਸਕੇਸ ਪੁੱਤਰ ਮੈਂ ਦੀਨੋ। ਹੇ ਪੁੱਤਰ, ਜਾ ਮੈਂ ਤੈਨੂੰ ਕੇਸਾ ਧਾਰੀ ਪੰਥ ਬਖਸ਼ਿਆ ਹੈ। ਸਕੇਸ ਸਾਰੇ ਕੇਸਾਂ ਸਹਿਤ ਰਹੇਗਾ, ਜਿਤਨੇ ਵੀ ਸਰੀਰ ਦੇ ਉੱਤੇ ਕੇਸ ਹਨ ਉਹ ਧਾਰਨ ਕਰੇਗਾ ਔਰ ਸੀਸ ਤੇ ਦੁਮਾਲਾ ਸਜਾਏਗਾ। ਤੇਰਾ ਕੇਸਾ ਧਾਰੀ ਪੰਥ ਹੋਵੇਗਾ। ਇਸ ਮੈਂ ਭੇਦ ਇਤਕ ਰਹਿ ਗਇਓ। ਹਾਂ, ਇਹਦੇ ਚ ਇੰਨਾ ਭੇਦ ਰਹਿ ਗਿਆ ਹੈ। ਪ੍ਰਥਮ ਦਰਸ ਦ੍ਰਿਗ ਮੀਚਤ ਭਇਓ। ਤੂੰ ਪਹਿਲਾਂ ਮੇਰੇ ਦਰਸ਼ਨ ਕਰਕੇ ਨੇਤਰ ਬੰਦ ਕਰ ਲਏ ਨੇ। ਜਾਂ ਤੇ ਤੁਮ ਤਨ ਤਿਆਗਨ ਪਾਛੇ। ਇਸ ਕਰਕੇ ਤੇਰੇ ਸਰੀਰ ਤੋਂ ਤਿਆਗਣ ਤੋਂ ਬਾਅਦ 40 ਬਰਸ ਬੀਤੈ ਜਬ ਆਛੇ। 40 ਸਾਲ ਬੀਤ ਜਾਣਗੇ, ਯਾਨੀ 1708 ਈਸਵੀ 1765 ਬਿਕਰਮੀ ਮਹਾਰਾਜ ਜੋਤੀ ਜੋਤ ਸਮਾਏ ਨੇ। ਉਸ ਤੋਂ 40 ਸਾਲ ਬਾਅਦ ਖਾਲਸੇ ਦਾ ਬੋਲਬਾਲਾ ਪੰਜਾਬ 'ਚ ਹੋਣਾ ਸ਼ੁਰੂ ਹੋਇਆ। ਜਦੋਂ ਮੀਰ ਮੰਨੂ ਦਾ ਰਾਜ ਆਇਆ, ਮੀਰ ਮੰਨੂ ਤੋਂ ਬਾਅਦ ਫਿਰ ਸਾਧ ਸੰਗਤ ਜੀ ਹੌਲੇ ਹੌਲੇ ਸਿੰਘਾਂ ਨੇ ਪੰਜਾਬ ਦੇ ਰਿਆਸਤਾਂ ਮੱਲਣੀਆਂ ਸ਼ੁਰੂ ਕਰਤੀਆਂ। 12 ਮਿਸਲਾਂ ਸਨ ਬੁੱਢੇ ਦਲ ਦੀਆਂ, ਤਰਨੇ ਦਲ ਦੀਆਂ। ਕਿਸੇ ਪਾਸੇ ਬੁੱਢੇ ਦਲ ਨੇ ਕਬਜ਼ਾ ਕਰ ਲਿਆ, ਕਿਸੇ ਪਾਸੇ ਤਰਨੇ ਦਲ ਨੇ ਕਬਜ਼ਾ ਕਰ ਲਿਆ। ਉਹ ਫਿਰ ਹੌਲੇ ਹੌਲੇ ਸਾਰਾ ਪੰਜਾਬ ਹਿੰਦੁਸਤਾਨ ਖਾਲਸੇ ਦੇ ਪਹਿਰੇ 'ਚ ਆ ਗਿਆ। ਉਹ ਜਗਤ ਮਾਤ ਚੰਡਕਾ ਕਹਿੰਦੀ ਤੁਹਾਡੇ ਜੋਤੀ ਜੋਤ ਸਮਾਨ ਤੋਂ 40 ਸਾਲ ਬਾਅਦ ਤੁਹਾਡਾ ਪੰਥ ਰਾਜ ਕਰਨਾ ਸ਼ੁਰੂ ਕਰ ਦੇਵੇਗਾ। ਉਹਦਾ ਪੰਥ ਜਗ ਵਿਖੇ ਵਿਸ਼ਾਲਾ। ਤੁਹਾਡੇ ਜੋਤੀ ਜੋਤ ਸਮਾਨ ਤੋਂ 40 ਸਾਲ ਬਾਅਦ ਪੰਥ ਬਹੁਤ ਜ਼ਿਆਦਾ ਵਧੇਗਾ ਜਗਤ ਵਿੱਚ। ਤੇਜ ਤੁਰਕ ਤਬ ਹਤ ਹੈ ਕਰਾਲਾ। ਤੁਰਕਾਂ ਦਾ ਤਪ ਤੇਜ ਨਾਸ ਕਰ ਦੇਣਗੇ ਸਿੰਘ। ਪੂਰਨ ਹੋਏ ਅਭਿਲਾਖ ਤੁਮਾਰੀ। ਉਦੋਂ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ। ਸਾਚ ਹੋਏ ਸਭ ਜਥਾ ਉਚਾਰੀ। ਜੋ ਮੈਂ ਤੁਹਾਨੂੰ ਵਰ ਦੇ ਰਹੀ ਹਾਂ ਸੱਚ ਹੋਵੇਗਾ। ਇਸ ਕਰਤੇ ਸਤਿਗੁਰ ਕੋ ਫਿਰ ਸਾਧ ਸੰਗਤ ਜੀ ਉਸ ਜਗਤ ਮਾਤ ਚੰਡਕਾ ਨੇ ਉਹ ਖੰਡਾ ਸ੍ਰੀ ਕਲਗੀਧਰ ਪਾਤਸ਼ਾਹ ਨੂੰ ਦਿੱਤਾ ਹੈ। ਜਾਂ ਤੇ ਕਰਦ ਨਾਮ ਬਿਦਤਈ। ਜਿਸ ਨੂੰ ਆਪਾਂ ਕਰਦ ਵੀ ਕਹਿੰਦੇ ਆ, ਅੱਜ ਕੱਲ ਕਿਰਪਾਨ ਕਹਿੰਦੇ ਆ, ਪੁਰਾਣੇ ਰਹਿਤਨਾਮਿਆਂ 'ਚ ਕਰਦ ਵੀ ਆਉਂਦਾ ਹੈ। ਕਰ ਮੈਨੇ ਹੱਥ ਤੇ ਦ ਮੈਨੇ ਦੇਣਾ। ਪਰਮੇਸ਼ਰ ਦੀ ਸ਼ਕਤੀ ਨੇ ਆਪਣੇ ਹੱਥੋਂ ਜੋ ਸ਼ਸਤਰ 10ਵੇਂ ਪਾਤਸ਼ਾਹ ਨੂੰ ਦਿੱਤਾ ਹੈ ਉਹ ਖਾਲਸੇ ਨੇ ਆਪਣੇ ਗਾਤਰੇ 'ਚ ਹਰ ਵੇਲੇ ਧਾਰਨ ਕੀਤਾ ਹੋਇਆ ਹੈ। ਇਹ ਲੈ ਕਰ ਜਲ ਜੁਤ ਮਿਸ਼ਟਾਨ। ਜਗਤ ਮਾਤ ਚੰਡਕਾ ਜੀ ਕਹਿੰਦੇ ਆ ਖੰਡਾ ਲੈ ਕੇ ਜਲ ਦੇ ਵਿੱਚ ਮਿੱਠਾ ਪਾ ਕੇ ਫੇਰਨ ਕਰੋ ਆਪਣੇ ਪਾਨ। ਆਪਣੇ ਹੱਥੀ ਖੰਡਾ ਫੇਰੋ ਤੇ ਸਰਬਲੋ ਦੇ ਬਾਟੇ ਵਿੱਚ ਜਦੋਂ ਸਰਬਲੋ ਦਾ ਖੰਡਾ ਫਿਰੇਗਾ ਔਰ ਤੁਹਾਡੀ ਰਸਨਾ ਤੋਂ ਤੇਜ ਤੇਜ ਜੋ ਚੰਡੀ ਬਾਣੀ ਸ੍ਰੀ ਮੁਖ ਅੰਮ੍ਰਿਤ ਮੱਧ ਵਖਾਣੀ, ਜਦੋਂ ਇਹ ਬਾਣੀ ਪੜ੍ਹੀ ਜਾਏਗੀ ਉਸ ਵੇਲੇ ਸ਼ਕਤੀ ਪ੍ਰਗਟ ਹੋਵੇਗੀ। ਸੂਰ ਹੋਏਗਾ ਸਿਦਕ ਤੁਮਾਰਾ। ਉਦੋਂ ਤੁਹਾਡਾ ਸਿਦਕ ਜਿਹੜਾ ਹੈ ਉਹ ਪੂਰਾ ਹੋਵੇਗਾ। ਤੁਹਾਡਾ ਪੰਥ ਵੀ ਬੜਾ ਸਿਦਕੀ ਤੇ ਸੂਰਮਿਆਂ ਦਾ ਹੋਵੇਗਾ। ਫੇਰ ਸ਼ਤਰ ਭਾਜੈ ਡਰ ਧਾਰਾ। ਜਿਹਨੂੰ ਵੇਖ ਕੇ ਸ਼ਤਰੂ ਡਰ ਕੇ ਭੱਜਿਆ ਕਰਨਗੇ। ਸੂਰਮਾ ਸਿਦਕੀ ਖਾਲਸਾ ਪੰਥ ਹੋਵੇਗਾ। ਅਬਦੀ ਜੈ ਕੁਛ ਭੇਟ ਹਮਾਰੀ। ਤੇ ਹੁਣ ਤੁਹਾਡੇ ਪੰਥ ਵੱਲੋਂ ਤੁਸੀਂ ਆਪਣੇ ਵੱਲੋਂ ਮੈਨੂੰ ਕੁਝ ਭੇਟਾ ਵੀ ਦਿਓ। ਮੈਂ ਤੁਹਾਨੂੰ ਦਰਸ਼ਨ ਦੇਣ ਆਈ ਹਾਂ, ਦੱਸੋ ਕੀ ਭੇਟਾ ਦਿਓਗੇ। ਏ ਸੁਤ ਜਿਸ ਤੇ ਹੋਏ ਸੁਖ ਭਾਰੀ। ਹੇ ਪੁੱਤਰ, ਭੇਟਾ ਦਿਓਗੇ
ਤਾਂ ਤੁਹਾਨੂੰ ਵੱਡਾ ਭਾਰੀ ਸੁੱਖ ਮਿਲੇਗਾ। ਸੁਣ ਗੁਰ ਕਰਦ ਕਰੀ ਕਰ ਧਾਰਨ। ਇਹ ਸੁਣ ਕੇ ਮਹਾਰਾਜ ਨੇ ਜਗਤ ਮਾਤ ਚੰਡਕਾ ਨੇ ਜੋ ਕਰਦ ਜੋ ਖੰਡਾ ਦਿੱਤਾ ਸੀ ਹੱਥ 'ਚ ਲੈ ਲਿਆ। ਹੱਥ ਨਿਜ ਤਨ ਕੀਏ ਰਖਤ ਨਿਕਾਰਨ। ਔਰ ਆਪਣੇ ਹੱਥ ਦੀ ਉਂਗਲੀ ਤੇ ਮਾਰ ਕੇ ਆਪਣਾ ਖੂਨ ਕੱਢਿਆ ਹੈ। ਸੋ ਲੈ ਕਰ ਜਗ ਮਾਤ ਪ੍ਰਸੰਨ। ਉਹ ਖੰਡੇ ਉੱਤੇ ਲਾ ਦਿੱਤਾ ਹੈ। ਕਿਉਂਕਿ ਸਾਧ ਸੰਗਤ ਜੀ ਇਹ ਜਿਹੜੇ ਸ਼ਸਤਰ ਹਨ ਇਹ ਖੂਨ ਹੀ ਮੰਗਦੇ ਹਨ। ਅੱਜ ਕੱਲ੍ਹ ਕਈ ਲੋਕ ਕਹਿੰਦੇ ਜੀ ਹਜ਼ੂਰ ਸਾਹਿਬ ਬੱਕਰਾ ਝਟਕਾ ਕੇ ਸ਼ਸਤਰਾਂ ਨੂੰ ਤਿਲਕ ਕਿਉਂ ਲਾਇਆ ਜਾਂਦਾ? ਮੈਨੂੰ ਦੱਸੋ, ਸ਼ਸਤਰਾਂ ਨੇ ਖੀਰ ਖਾਣੀ ਹੈ? ਸ਼ਸਤਰਾਂ ਦੀ ਜਿਹੜੀ ਖੁਰਾਕ ਹੈ ਉਹੀ ਉਹਨਾਂ ਨੇ ਛਕਣੀ ਹੈ। ਜਿਨ੍ਹਾਂ ਨੂੰ ਨਹੀਂ ਚੰਗੀ ਲੱਗਦੀ ਭਾਈ ਉਸ ਵੇਲੇ ਉੱਥੇ ਨਾ ਜਾਇਆ ਕਰੋ, 10 ਮਿੰਟ ਅੱਗੇ ਪਿੱਛੇ ਜਾ ਆਇਆ ਕਰੋ। ਆਪੋ ਆਪਣੀ ਭਾਵਨਾ। ਜਿਹੜੇ ਸਤੋਗੁਣੀ ਮਹਾਤਮਾ ਨੇ ਅਸੀਂ ਸਮਝਦੇ ਹਾਂ ਵੀ ਉਹਨਾਂ ਨੂੰ ਇਹ ਚੀਜ਼ ਨਹੀਂ ਦੇਖੀ ਜਾਂਦੀ ਕਿਸੇ ਜੀਵ ਦੀ ਹੱਤਿਆ ਹੋਣੀ, ਪਰ ਉਹ ਇਹ ਤਾਂ ਸਮਝਣ ਵੀ ਇਹਨਾਂ ਬੱਕਰੇ ਝਟਕਾਉਣ ਵਾਲਿਆਂ ਨੇ ਤੁਹਾਨੂੰ ਦੇਸ਼ 'ਚ ਬਚਾਇਆ ਹੈ। ਜੇ ਗੁਰੂ ਕਲਗੀਧਰ ਪਾਤਸ਼ਾਹ ਇਹ ਚਟੰਗੇ ਨਾ ਝਟਕਦੇ, ਸ਼ਿਕਾਰ ਨਾ ਖੇਡਦੇ, ਖੰਡੇ ਨਾ ਖੜਕਾਉਂਦੇ, ਯੁੱਧ ਨਾ ਕਰਦੇ ਤੇ ਅੱਜ ਆ ਤੁਹਾਡੇ ਵੈਸ਼ਨੂ ਟੋਲੇ ਵੀ ਨਜ਼ਰ ਨਹੀਂ ਸੀ ਆਉਣੇ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਫਿਰ ਸਾਰੇ ਹੀ ਫਿਰ ਤੇ ਗਊਆਂ ਦਾ ਮਾਂਸ ਖਵਾਉਣਾ ਸੀ ਅਗਲਿਆਂ ਨੇ ਤੇ ਫਿਰ ਕੋਈ ਤੁਸੀਂ ਨਾ ਵੀ ਨਹੀਂ ਸੀ ਕਰ ਸਕਣੀ। ਅੱਜ ਕਲਗੀਧਰ ਪਾਤਸ਼ਾਹ ਦੇ ਚਟੰਗਿਆਂ ਦੇ ਤਾਂ ਤੁਹਾਨੂੰ ਸ਼ੰਕਾ ਹੈ, ਪਰ ਕਦੀ ਇਹ ਆਖਿਆ ਵੀ ਤੁਰਕ ਗਊਆਂ ਮਾਰਦੇ ਆ ਉਹਦੇ ਬਾਰੇ ਕਦੀ ਬੋਲਿਆ ਕੋਈ? ਕਦੀ ਨਹੀਂ ਬੋਲਦੇ। ਸੋ ਖਾਲਸਾ ਜੀ, ਮਹਾਰਾਜ 10ਵੇਂ ਪਾਤਸ਼ਾਹ ਨੇ ਜੋ ਕੁਝ ਕੀਤਾ ਹੈ ਬਿਲਕੁਲ ਸਹੀ ਕੀਤਾ ਹੈ। ਆਪ ਜੀ ਨੇ ਆਪਣਾ ਖੂਨ ਕੱਢ ਕੇ ਖੰਡੇ ਨੂੰ ਲਾਇਆ, ਤਿਲਕ ਲਾਇਆ ਹੈ। ਪੁਨ ਗੁਰ ਦੇਨ ਭੇਟ ਕਰ ਅੰਨ। ਫਿਰ ਮਹਾਰਾਜ ਨੇ ਹੋਰ ਭੇਟਾ ਦਿੱਤੀ ਹੈ। ਸ਼ਸਤਰਨ ਸੋ ਹੱਥ ਹੋਏ ਵਿੱਚ ਬਾਧੇ। ਕਹਿੰਦੇ ਜੰਗ ਦੇ ਵਿੱਚ, ਸ਼ਸਤਰਾਂ ਦੇ ਵਿੱਚ ਜਦੋਂ ਸ਼ਸਤਰ ਚੱਲਣਗੇ ਨਾ, ਜੰਗ ਹੋਣਗੇ, ਬਾਦ ਵਿਵਾਦ ਹੋਣਗੇ। ਚਾਰ ਦੀਨੇ ਸਾਹਿਬ ਜ਼ਾਦੇ। ਮਹਾਰਾਜ ਕਹਿੰਦੇ ਇਹ ਤਾਂ ਮਾਤਾ ਤੈਨੂੰ ਅੱਜ ਭੇਟਾ ਤਿਲ ਫੁੱਲ ਦਿੱਤੀ ਹੈ, ਅਸੀਂ ਆਪਣੇ ਖੂਨ ਨੂੰ ਤੇਰੇ ਤੋਂ ਕੁਰਬਾਨ ਕਰ ਦਿਆਂਗੇ। ਚਾਰੇ ਸਾਹਿਬਜ਼ਾਦੇ ਉਹ ਚੰਡੀ ਦੀ ਭੇਟਾ ਚੜਨਗੇ, ਜੰਗ ਦੇ ਵਿੱਚ ਸ਼ਹੀਦੀਆਂ ਪਾਣਗੇ। ਕਰੇ ਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਲੱਖੋ ਸਿੰਘ ਧਰੈ ਔਰ ਕ੍ਰੋਧ। ਤੇ ਲੱਖਾਂ ਮੇਰੇ ਸਿੰਘ ਵੀਰ ਰਸ ਦੇ ਵਿੱਚ ਰੱਤੇ ਹੋਏ ਆਪਣੇ ਸੀਸਾਂ ਦੀ ਭੇਟਾ ਚੜਾ ਦਿਆ ਕਰਨਗੇ ਚੰਡੀ ਤੇ। ਹੋਏ ਤੁਮ ਭੇਟ ਮ੍ਰਿਤਕ ਵਿੱਚ ਜੁੱਧ। ਕਿਉਂਕਿ ਚੰਡੀ ਦੀ ਭੇਟਾ ਕੀ ਹੈ? ਸੀਸ ਦੀ ਭੇਟਾ ਹੀ ਹੈ, ਖੂਨ ਦੀ ਭੇਟਾ ਹੀ ਹੈ। ਤੇ ਜਦੋਂ ਜੰਗ ਵਿੱਚ ਜਾਣਗੇ ਸ਼ਹੀਦੀਆਂ ਪਾਇਆ ਕਰਨਗੇ, ਉਹ ਚੰਡੀ ਨੂੰ ਹੀ ਭੇਟਾ ਚੜੇਗੀ। ਇਹ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਖਾਲਸਾ ਪੰਥ ਸਾਜਿਆ ਸੂਰਮਿਆਂ ਬਹਾਦਰਾਂ ਯੋਧਿਆਂ ਦਾ। ਜੰਗੀ ਜੋਗੀ ਗਿਆਨੀ, ਇਹ ਜੋਗੀ ਵੀ ਨੇ, ਇਹ ਜੰਗੀ ਵੀ ਨੇ ਤੇ ਗਿਆਨੀ ਵੀ ਨੇ। ਇਮ ਬਰ ਦੇਤ ਲੇਤ ਨਿਜ ਭੇਟ। ਇਸ ਤਰ੍ਹਾਂ ਜਗਤ ਮਾਤ ਚੰਡਕਾ ਵਰ ਦਿੰਦੀ ਹੋਈ ਤੇ ਆਪਣੀ ਭੇਟਾ ਲੈਂਦੀ ਹੋਈ। ਤਤ ਛਿਨ ਆਪਨ ਪ੍ਰਕਾਸ਼ ਸਮੇਟ। ਉਸੇ ਵੇਲੇ ਆਪਣੇ ਪ੍ਰਕਾਸ਼ ਨੂੰ ਸਮੇਟ ਕੇ ਅਲੋਪ ਹੋ ਗਈ। ਅੰਤਰ ਧਿਆਨ ਭਈ ਜਗ ਮਾਈ। ਅੰਤਰ ਧਿਆਨ ਹੋ ਗਈ, ਕਿਉਂਕਿ ਧਿਆਨ ਦੇ ਵਿੱਚ ਹੀ ਪ੍ਰਗਟ ਹੋਈ ਹੈ ਤੇ ਧਿਆਨ ਦੇ ਅੰਦਰ ਹੀ ਲੀਨ ਹੋ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲਾਂ ਬੜੀਆਂ ਸੂਖਮ ਨੇ, ਹਰ ਬੰਦੇ ਦੀ ਸਮਝ ਵਿੱਚ ਨਹੀਂ ਆਉਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਸੰਤੋਖ ਸਿੰਘ ਜੀ ਵਰਗੇ ਅਨੁਭਵੀ ਕਵੀਆਂ ਨੂੰ ਇਹਦਾ ਅਨੁਭਵ ਕਰਾਇਆ, ਤਾਂ ਉਹਨਾਂ ਨੇ ਪ੍ਰਸੰਗ ਲਿਖਿਆ ਸਾਧ ਸੰਗਤ ਜੀ। ਹਾਂਜੀ, ਤਬ ਲੰਕੁੜੀਏ ਗਿਰਾ ਅਲਾਹੀ। ਤਾਂ ਚੰਡੀ ਦੇ ਨਾਲ ਇੱਕ ਹੋਰ ਸ਼ਕਤੀ ਰਹਿੰਦੀ, ਉਹਨੂੰ ਲੰਕੜੀਆ ਕਹਿੰਦੇ। ਮਹਾਰਾਜ ਦੀ ਬਾਣੀ ਚ ਆਉਂਦਾ ਨਾ, ਲੰਕੜੀਆ ਫੰਦ ਹੈ ਆਯੁਧ ਬੰਦ ਹੈ। ਉਹ ਲੰਕੜੀਆ ਇੱਕ ਨਿਹੰਗਾਂ ਸਿੰਘਾਂ 'ਚ ਗੱਤਕੇ ਦਾ ਲੰਕੜੀਆ ਵਾਰ ਵੀ ਹੁੰਦਾ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਕਥਾ 'ਚ ਵੀ ਸੁਣਾਉਂਦੇ ਸੀ ਤੇ ਉੱਦਾਂ ਵੀ ਜਦੋਂ ਕੋਲ ਬਹਿੰਦੇ ਤੇ ਦੱਸਿਆ ਕਰਦੇ ਸੀ ਵੀ ਲੰਕੜੀਆ ਵਾਰ ਕਿਵੇਂ ਕਰੀਦਾ। ਉਛਲ ਕੇ 6-6 ਫੁੱਟ ਉੱਪਰ ਉਛਲ ਕੇ ਆ ਦੋਵੇਂ ਗੋਡੇ ਜਿਹੜੇ ਨੇ ਇਹ ਲੱਤਾਂ ਪੱਟਾਂ ਦੇ ਨਾਲ ਲੱਗ ਜਾਂਦੀਆਂ ਤੇ ਉਛਲ ਕੇ ਇੱਦਾਂ ਵਾਰ ਕੀਤਾ ਜਾਂਦਾ ਜਾ ਕੇ, ਉਹਨੂੰ ਲੰਕੜੀਆ ਵਾਰ ਕਹਿੰਦੇ ਆ। ਤੇ ਜੇ ਉਹ ਮੋਢੇ ਤੇ ਦੁਸ਼ਮਣ ਦੇ ਵੱਜ ਜਾਵੇ ਤੇ ਵੱਖੀ ਤਾਂ ਚੀਰ ਕੇ ਲੰਘ ਜਾਵੇ, ਜੇ ਸਿਰ ਤੇ ਵੱਜੇ ਤੇ ਸਿਰ ਨੂੰ ਉਡਾ ਕੇ ਲੈ ਜਾਵੇ। ਉਹ ਪੂਰੇ ਜ਼ੋਰ ਨਾਲ ਭਰਵਾਂ ਵਾਰ ਉੱਪਰੋਂ ਆਉਂਦਾ ਹੈ। ਸੋ ਲੰਕੜੀਆ ਉਸ ਵੇਲੇ ਮਹਾਰਾਜ 10ਵੇਂ ਪਾਤਸ਼ਾਹ ਨੂੰ ਕਹਿਣ ਲੱਗਾ, ਮਮ ਬਾਣਾ ਕਛਨੀ ਇਹੋ ਲੀਜੈ। ਮਹਾਰਾਜ ਮੇਰਾ ਬਾਣਾ ਇੱਕ ਕਛਹਿਰਾ ਹੈ, ਕਿਉਂਕਿ ਲੰਕੜੀਆ ਵਾਰ ਕਛਹਿਰੇ ਤੋਂ ਬਿਨਾਂ ਨਹੀਂ ਹੁੰਦਾ। ਪੈਂਟ ਵਾਲੇ ਵੀ ਪੈਂਟ ਨੇ ਗੋਡਿਆਂ 'ਚ ਅੜ ਜਾਣਾ, ਧੋਤੇ ਵਾਲੀ ਦੀ ਧੋਤੀ ਖੁੱਲ੍ਹ ਜਾਣੀ ਹੈ, ਤੰਬੇ ਵਾਲੇ ਦਾ ਤੰਬਾ ਅੜ ਜਾਣਾ। ਇੱਕੋ ਹੀ ਬਾਣਾ ਹੈ ਜਿਹੜਾ ਲੰਕੜੀਆ ਪਹਿਨਦਾ ਹੈ। ਉਹ ਸਾਧ ਸੰਗਤ ਜੀ ਸੂਰਮੇ ਦਾ ਬਾਣਾ ਹੈ। ਉਹ ਕੀ ਹੈ? ਕਛਹਿਰਾ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਇਹ ਮੇਰਾ ਬਾਣਾ ਹੈ,
ਕਛਹਿਰਾ ਲੈ ਲਵੋ। ਆਪਣੇ ਸਰਬ ਪੰਥ ਮੈਂ ਦੀਜੈ, ਆਪਣੇ ਸਾਰੇ ਪੰਥ ਨੂੰ ਇਹ ਬਾਣਾ ਦੇ ਦਿਓ। ਕਛਹਿਰਾ ਪਾਇਆ ਕਰਨਗੇ ਸਿੰਘ। ਜਦੋਂ ਜੰਗ ਦੇ ਵਿੱਚ ਉੱਚੀਆਂ ਉੱਚੀਆਂ ਛਾਲਾਂ ਮਾਰਨੀਆਂ ਪੈਣਗੀਆਂ, ਘੋੜਿਆਂ ਤੇ ਦੌੜਨਾ ਪਵੇਗਾ, ਇਹ ਬਾਣਾ ਇਹੋ ਕਛਹਿਰਾ ਇਹੋ ਜਿਹਾ ਹੈ, ਇਹਦੇ ਨਾਲ ਤੁਸੀਂ ਖੇਤੀ ਕਰ ਲਓ, ਇਹ ਪਾ ਕੇ ਤੁਸੀਂ ਜੰਗ ਕਰ ਲਓ, ਇਹ ਪਾ ਕੇ ਕੋਈ ਕੰਮ ਕਰ ਲਓ। ਤੇ ਸਾਧ ਸੰਗਤ ਜੀ, ਇਹ ਸੰਪੂਰਨ ਬਾਣਾ, ਇਸ ਤੋਂ ਵੱਧ ਕੇ ਕੋਈ ਦੁਨੀਆ ਦੇ ਬਾਣਾ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ 'ਚ ਵੀ ਲਿਖਿਆ ਹੋਇਆ ਵੀ ਦਸਤਾਰ ਤੇ ਕਛਹਿਰਾ ਬਹੁਤ ਜ਼ਰੂਰੀ ਨੇ। ਔਰ ਇਹ ਵੀ ਹੈ ਵੀ ਕਛਹਿਰੇ ਦੇ ਉੱਤੇ ਕੋਈ ਚੀਜ਼ ਪਹਿਨਿਆ ਨਹੀਂ ਸੀ ਜਾਂਦੀ ਪੁਰਾਤਨ ਸਮੇਂ 'ਚ। ਤਖਤਾਂ ਉੱਤੇ ਤਾਂ ਮੱਥਾ ਟੇਕਣ ਜਾਣਾ ਹੋਵੇ ਤੇ ਪਹਿਲਾਂ ਕਛਹਿਰਾ ਪਾ ਕੇ ਜਾਣਾ ਪੈਂਦਾ। ਅੰਮ੍ਰਿਤ ਛਕਾਉਣ ਵੇਲੇ ਵੀ ਕਛਹਿਰਾ ਹੀ ਪਵਾਇਆ ਜਾਂਦਾ। ਠੀਕ ਹੈ ਕਿ ਅੱਜ ਕੱਲ੍ਹ ਪੰਜ ਪਿਆਰੇ ਵੀ ਪਜਾਮੀਆਂ ਪਾਉਣ ਲੱਗ ਪਏ, ਪਰ ਪੰਜ ਪਿਆਰਿਆਂ ਨੂੰ ਪਜਾਮੀ ਪਾਉਣੀ ਅਲਾਉਡ ਨਹੀਂ ਹੈ। ਉਹ ਕਛਹਿਰੇ ਵਿੱਚ ਹੀ ਅੰਮ੍ਰਿਤ ਛਕਾਉਣ ਤੇ ਛਕਣ, ਤੇ ਇਹ ਵਰਤਾਰਾ ਹੈ, ਇਹ ਖਾਲਸੇ ਦਾ ਬਾਣਾ ਹੈ। ਹਾਂਜੀ, ਜੰਗ ਸਮੇਂ ਕੋ ਹੈ ਇਹ ਬਾਣਾ, ਇਹ ਜੰਗ ਦੇ ਸਮੇਂ ਦਾ ਬਾਣਾ ਹੈ, ਯੁੱਧ ਦੇ ਸਮੇਂ ਦਾ ਬਾਣਾ ਹੈ। ਜਾਂ ਤੇ ਹੋਏ ਹੈ ਤੇਜ ਮਹਾਨਾ। ਮਹਾਰਾਜ ਲੰਕੜੀਆ ਕਹਿੰਦਾ, ਮਹਾਰਾਜ ਇਹ ਬਾਣਾ ਪਾ ਕੇ ਸਿੰਘਾਂ ਦਾ ਬੜਾ ਤਪ ਤੇਜ ਹੋਵੇਗਾ। ਪੰਥ ਤੁਮਾਰੇ ਬਲ ਬਿਰਧਾਊ, ਤੁਹਾਡੇ ਪੰਥ ਵਿੱਚ ਬੜਾ ਬਲ ਵਧੇਗਾ ਇਹਦੇ ਨਾਲ। ਜੁਧ ਸਹਾਇ ਹੇਤ ਮੈਂ ਆਊਂ। ਲੰਕੜੀਆ ਕਹਿਣ ਲੱਗਾ, ਮੈਂ ਯੁੱਧ ਦੇ ਵਿੱਚ ਸਹਾਇਤਾ ਲਈ ਆਵਾਂਗਾ ਜਦੋਂ ਸਿੰਘ ਕਛਹਿਰਾ ਪਾ ਕੇ ਲੜਿਆ ਕਰਨਗੇ। ਇਮ ਕਹਿ ਲੋਪ ਭਇਓ ਤਤਕਾਲਾ, ਇਮ ਕਹਿ, ਇਸ ਤਰ੍ਹਾਂ ਕਹਿ ਕੇ ਲੰਕੜੀਆ ਵੀ ਚੰਡੀ ਮਾਤਾ ਦੇ ਨਾਲ ਹੀ ਅਲੋਪ ਹੋ ਗਿਆ। ਗਰਦ ਹਾਥ ਧਰ ਥਿਰੇ ਕਿਰਪਾਲਾ। ਔਰ ਮਹਾਰਾਜ ਸੱਚੇ ਪਾਤਸ਼ਾਹ ਉਹ ਕਿਰਪਾਨ, ਉਹ ਖੰਡਾ ਜਿਹੜਾ ਚੰਡੀ ਨੇ ਦਿੱਤਾ ਸੀ, ਹੱਥ ਵਿੱਚ ਲੈ ਕੇ ਬੈਠੇ ਹਨ। ਵਰ ਲੈ ਕਰ ਬਹੁ ਮੁਖ ਪਰ ਲਾਲੀ, ਜਦੋਂ ਵਰ ਮਿਲ ਗਿਆ ਤੇ ਚਿਹਰਾ ਲਾਲੋ ਲਾਲ ਹੋ ਗਿਆ ਮਹਾਰਾਜ ਦਾ। ਜਾਗਤ ਜੋਤ ਤੇਜ ਬਹੁਵਾਲੀ, ਆ ਮੱਥੇ ਤੇ ਜੋਤ ਜਗਣ ਲੱਗ ਪਈ। ਪਹਿਲਾਂ ਹੀ ਬੜਾ ਪ੍ਰਕਾਸ਼ ਸੀ, ਨੂਰ ਸੀ, ਤੇਜ ਸੀ, ਤੇ ਹੁਣ ਉਹ ਨੂਰ ਸੈਂਕੜੇ ਗੁਣਾ ਹੋਰ ਜ਼ਿਆਦਾ ਚਮਕ ਉੱਠਿਆ। ਨੇਤਰ ਖੁਮਾਰੀ ਸੋ ਚੜ ਰਹੇ, ਨੇਤਰ ਖੁਮਾਰੀ ਨਾਲ ਚੜੇ ਹੋਏ, ਨੇਤਰਾਂ 'ਚ ਲਾਲੀ ਹੈ, ਨੇਤਰਾਂ 'ਚ ਮਸਤੀ ਹੈ। 10ਵੇਂ ਪਾਤਸ਼ਾਹ ਮਹਾਰਾਜ ਦਾ ਨੂਰ ਝੱਲਿਆ ਨਹੀਂ ਜਾਂਦਾ। ਵਿਦੇ ਪ੍ਰਮੋਦ ਅਦਕ ਹੀ ਲਹੇ, ਮਹਾਰਾਜ ਬੜੇ ਖੁਸ਼ ਹਨ ਕਿ ਅਕਾਲ ਪੁਰਖ ਦੀ ਸ਼ਕਤੀ ਇਹ ਚੰਡਕਾ ਹੁਣ ਪ੍ਰਗਟ ਹੋ ਗਈ ਹੈ। ਕਮਰ ਕਸੇ ਜੁਤ ਤਰਕਸ਼ ਅਸੀਂ, ਮਹਾਰਾਜ ਕਮਰ ਕਸਾ ਕੀਤਾ ਹੋਇਆ, ਮੋਢੇ ਦੇ ਤੀਰਾਂ ਦਾ ਭੱਥਾ ਔਰ ਤੀਰ ਕਮਾਨ ਤੇ ਗਾਤਰੇ ਤਲਵਾਰ ਪਹਿਨੀ ਹੋਈ ਹੈ। ਹੱਥ ਕਮਾਨ ਕਠਨ ਅਤਲਸੀ, ਔਰ ਬੜੀ ਕਠੋਰ ਕਮਾਨ 9 ਟੰਕਾ ਧਨੁਸ਼ ਹੱਥ ਵਿੱਚ ਸੋਭਾ ਪਾ ਰਿਹਾ ਹੈ। ਕਰ ਇੱਛਾ ਪੂਰਨ ਉੱਠ ਚਲੇ, ਮਹਾਰਾਜ ਆਪਣੀ ਇੱਛਾ ਪੂਰੀ ਕਰਕੇ ਜਗਤ ਮਾਤ ਚੰਡਕਾ ਨੂੰ ਪ੍ਰਗਟ ਕਰਕੇ ਚੱਲੇ ਹਨ। ਸਨੇ ਸਨੇ ਗਿਰਵਰ ਕੇ ਤਲੇ, ਔਰ ਸਹਿਜੇ ਸਹਿਜੇ ਨੈਣਾ ਦੇਵੀ ਦੇ ਪਹਾੜ ਤੋਂ ਥੱਲੇ ਉਤਰੇ ਹਨ। ਭਏ ਸ਼ਬਦ ਪੁੰਚਾਲ ਕਨੇਰੇ, ਉਸ ਵੇਲੇ ਸਾਧ ਸੰਗਤ ਜੀ ਪੁੰਚਾਲ ਆਉਣ ਦੀ ਨਿਸ਼ਾਨੀਆਂ, ਬੜੇ ਆਵਾਜ਼ਾਂ ਆ ਰਹੀਆਂ ਹਨ। ਘਨੇ ਲੋਕ ਆਨੰਦਪੁਰ ਕੇਰੇ, ਜਦੋਂ ਭੁਚਾਲ ਆਉਣ ਲੱਗਾ ਸੀ ਤੇ ਆਨੰਦਪੁਰ ਦੇ ਹਜ਼ਾਰਾਂ ਲੋਕ ਸੁਨ ਲਖ ਹਿਤ ਤਿਤ ਕੋ ਚਲ ਆਏ। ਉਹ ਮਹਾਰਾਜ 10ਵੇਂ ਪਾਤਸ਼ਾਹ ਦਾ ਥੱਲੇ ਆਉਣਾ ਸੁਣ ਕੇ ਅੱਗੇ ਨੂੰ ਆ ਗਏ ਨੇ। ਸੈਲ ਤਰੇ ਥਿਰ ਭੇ ਸਮੁਦਾਏ, ਪਹਾੜ ਦੇ ਥੱਲੇ ਸੰਗਤਾਂ ਖਲੋ ਗਈਆਂ ਨੇ। ਧਰੇ ਧਰੇ ਸ਼ਸਤਰ ਬੈਠੇ ਭਟ ਜਹਾਂ, ਜਿੱਥੇ ਸਾਧ ਸੰਗਤ ਜੀ ਮਹਾਰਾਜ ਦੇ ਸਿੱਖਾਂ ਨੇ ਚੌਂਕੀ ਲਾਈ ਹੋਈ ਸੀ, ਸ਼ਸਤਰਧਾਰੀ ਯੋਧੇ ਬੈਠੇ ਹੋਏ ਸਨ। ਮਨੋਪੁਰ ਸੋ ਬਨ ਕਰ ਰਹਾ, ਉਹ ਪਹਾੜ ਦਾ ਇੱਕ ਦਰਵਾਜ਼ਾ ਬਣਿਆ ਹੋਇਆ ਸੀ, ਉੱਥੇ ਫੌਜ ਬੈਠੀ ਹੋਈ ਸੀ, ਉੱਤੇ ਕੋਈ ਨਾ ਜਾਵੇ। ਲੰਗ ਅਕਾਰੀ ਜਾਏ ਨਾ ਕੋਈ, ਕੋਈ ਲੰਘ ਕੇ ਉੱਤੇ ਪਹਾੜ ਤੇ ਨਹੀਂ ਸੀ ਜਾ ਸਕਦਾ। ਸਿੱਖ ਪਹਿਰੇ ਤੇ ਬੈਠੇ ਸਨ, ਲਗਭਗ 11 ਮਹੀਨੇ ਹੋ ਚੁੱਕੇ ਸਨ। ਸਭ ਕੋ ਰੋਕਤ ਹੈ ਤਹ ਸੋਈ, ਸਾਰਿਆਂ ਨੂੰ ਉੱਥੇ ਰੋਕ ਲੈਂਦੇ ਸੀ, ਭਾਈ ਗੁਰੂ ਸਾਹਿਬ ਦਾ ਹੁਕਮ ਨਹੀਂ ਅੱਗੇ ਜਾਣ ਦਾ। ਕੇਸ਼ਵ ਦਾਸ ਅਗਾਰੀ ਹੋਵਾ, ਹੁਣ ਮਹਾਰਾਜ ਨੂੰ ਮਿਲਣ ਵਾਸਤੇ ਸਾਰੀਆਂ ਸੰਗਤਾਂ ਉੱਥੇ ਆ ਗਈਆਂ ਜਿੱਥੇ ਚੌਂਕੀ ਲੱਗੀ ਹੈ, ਤੇ ਕੇਸੋ ਦਾਸ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਖਲੋਤਾ ਹੈ। ਲਾਲ ਗੁਲਾਲ ਦਰਸ ਕੋ ਜੋਵਾ, ਉਹਨੇ ਮਹਾਰਾਜ ਦਾ ਚਿਹਰਾ ਲਾਲ ਗੁਲਾਲ ਸੋਹਣਾ ਸੁੰਦਰ ਨੂਰੋ ਨੂਰ ਚਿਹਰਾ ਤੱਕਿਆ ਹੈ। ਲਈ ਅਸੀਸ ਸੁਖੀ ਨਿਤ ਰਹੀ ਹੈ, ਤੇ ਪੰਡਤ ਨੇ ਅੱਗੇ ਹੋ ਕੇ ਆਸ਼ੀਰਵਾਦ ਦਿੱਤਾ, ਮਹਾਰਾਜ ਸਦਾ ਹੀ ਸੁਖੀ ਰਹੋ, ਮਹਾਰਾਜ ਤੁਹਾਡਾ ਇਕਬਾਲ ਬੁਲੰਦ ਹੋਵੇ, ਤੁਹਾਡੀ ਮਹਿਮਾ ਸਾਰੇ ਸੰਸਾਰ ਵਿੱਚ ਪਸਰੇ,
ਸਮੁੰਦਰ ਪਰਯੰਤ ਤੁਹਾਡਾ ਜਸ ਹੋਵੇ। ਦੇਵੀ ਬਿਦਤ ਪ੍ਰਸੰਗ ਸੋ ਕਹੀਐ ਹੈ। ਮਹਾਰਾਜ ਕਿਰਪਾ ਕਰਕੇ ਦੱਸੋ ਜਗਤ ਮਾਤ ਚੰਡਕਾ ਕਿਵੇਂ ਪ੍ਰਗਟ ਹੋਈ ਹੈ। ਮਨ ਬਾਂਛਤ ਜੈਸੇ ਬਰ ਲੀਨੋ। ਔਰ ਮਨ ਬਾਂਛਤ ਫਲ ਜਿਵੇਂ ਆਪ ਜੀ ਨੇ ਵਰ ਮੰਗਿਆ ਤੇ ਲਿਆ ਹੈ। ਜਗਦੰਬਾ ਜਿਮ ਦਰਸ਼ਨ ਦੀਨੋ। ਜਿਵੇਂ ਜਗਤ ਮਾਤ ਚੰਡਕਾ ਨੇ ਦਰਸ਼ਨ ਦਿੱਤੇ ਨੇ, ਸਾਰੀ ਕਥਾ ਸੁਣਾਓ। ਕਹਿਨ ਸੁਣਨ ਜਿਮ ਆਪਸ ਮਾਹੀ। ਔਰ ਆਪ ਜੀ ਦੇ ਜੋ ਕਹਿਣ ਸੁਣਨ ਬਚਨ ਬਿਲਾਸ ਚੰਡੀ ਨਾਲ ਹੋਏ ਨੇ ਉਹ ਵੀ ਕਿਰਪਾ ਕਰਕੇ ਦੱਸੋ। ਕਿਰਪਾ ਕਰੋ ਭਾਖੋ ਮੁਝ ਪਾਹੀ। ਕਿਰਪਾ ਕਰਕੇ ਮੈਨੂੰ ਤਾਂ ਦੱਸੋ ਮਹਾਰਾਜ। ਸ੍ਰੀ ਮੁਖ ਤੇ ਤਬ ਸਰਬ ਸੁਨਾਇਓ। ਤਾਂ ਸਤਿਗੁਰੂ ਜੀ ਨੇ ਕੇਸੋ ਦਾਸ ਦੀ ਬੇਨਤੀ ਮੰਨ ਕੇ ਉਹਨੂੰ ਸਾਰਾ ਪ੍ਰਸੰਗ ਸੰਖੇਪ ਵਿੱਚ ਹੀ ਸੁਣਾ ਦਿੱਤਾ। ਪ੍ਰਥਮ ਸਰੂਪ ਦਰਸ ਜਿਮ ਪਾਇਓ। ਜਿਵੇਂ ਪਹਿਲੀ ਝਲਕ ਵੱਜੀ ਸੀ, ਦਰਸ਼ਨ ਹੋਏ ਸਨ, ਉਹ ਵੀ ਦੱਸਿਆ ਹੈ। ਬ੍ਰਹਮ ਬ੍ਰੂਹੁ ਸ੍ਰੀ ਬਦਨ ਉਬਾਚੇ। ਮਹਾਰਾਜ ਕਹਿੰਦੇ ਜਦੋਂ ਅਸੀਂ ਬੈਠੇ ਸੀ ਧਿਆਨ ਵਿੱਚ ਤੇ ਸਾਨੂੰ ਆਵਾਜ਼ ਆਈ, ਬਰਮ ਬ੍ਰੂ ਵਰ ਮੰਗੋ ਵਰ ਮੰਗੋ। ਹਾਂਜੀ, ਤਬ ਹਮ ਇੱਛਤ ਚਿਤ ਕੋ ਜਾਚੇ। ਉਸ ਵੇਲੇ ਅਸੀਂ ਆਪਣੇ ਮਨ ਦੀ ਜਿਹੜੀ ਇੱਛਾ ਸੀ ਖਾਲਸਾ ਪੰਥ ਪ੍ਰਗਟ ਕਰਨਾ ਹੈ, ਯਮਨਾ ਮਲੇਸ਼ਾਂ ਦੁਸ਼ਟਾਂ ਦਾ ਨਾਸ ਕਰਨਾ ਹੈ, ਇਹ ਵਰ ਮੰਗਿਆ। ਏਵ ਮਸਤਕ ਹੈ ਭੇਟ ਸੋ ਲੈ ਕੇ। ਜਗਤ ਮਾਤ ਚੰਡਕਾ ਕਹਿਣ ਲੱਗੀ ਏਵ ਮਸਤ, ਇਸ ਤਰ੍ਹਾਂ ਹੀ ਹੋਵੇਗਾ, ਏਦਾਂ ਹੀ ਹੋਵੇਗਾ ਕਹਿ ਕੇ ਭੇਟਾ ਲੈ ਲਈ ਉਸਨੇ। ਅੰਤਰ ਧਿਆਨ ਭਈ ਬਰ ਦੇ ਕੇ। ਅੰਤਰ ਧਿਆਨ ਹੋ ਗਈ ਵਰ ਦੇ ਕੇ। ਲਵ ਕਿਰਪਾਨ ਇਹੋ ਕਰਤੇ ਦੀਨ। ਆ ਛੋਟੀ ਕਿਰਪਾਨ ਸਾਨੂੰ ਆਪਣੇ ਹੱਥ ਤੋਂ ਦਿੱਤੀ ਹੈ। ਅਤ ਆਨੰਦ ਤੇ ਸਿਰ ਧਰ ਲੀਨ। ਅਸੀਂ ਬੜੀ ਖੁਸ਼ੀ ਨਾਲ ਆਪਣੇ ਸੀਸ ਤੇ ਟਿਕਾ ਲਈ ਹੈ। ਪਰ ਤੁਹਾਰੀ ਕਰੁਣਾ ਪਾਏ। ਹੇ ਪੰਡਤ ਜੀ, ਤੁਹਾਡਾ ਬੜਾ ਵੱਡਾ ਸਹਿਯੋਗ ਰਿਹਾ, ਤੁਹਾਡੇ ਸਹਿਯੋਗ ਨਾਲ, ਤੁਹਾਡੀ ਕਿਰਪਾ ਨਾਲ ਕਾਰਜ ਸਿੱਧ ਭਏ ਸਮੁਦਾਏ। ਸਾਰੇ ਕਾਰਜ ਸਿੱਧ ਹੋ ਗਏ ਹਨ। ਭਾਵੇਂ ਪੰਡਤ ਜੀ ਵਿੱਚੋਂ ਡਰ ਕੇ ਭੱਜ ਗਏ ਸਨ ਬਈ ਕਿਤੇ ਮਹਾਰਾਜ ਮੇਰੀ ਬਲੀ ਨਾ ਦੇ ਦੇਣ। ਪੰਡਤ ਜੀ ਪਹਿਲਾਂ ਹੀ, ਕਿਉਂਕਿ ਉਸ ਜਗਤ ਮਾਤ ਚੰਡਕਾ ਦੇ ਜਦੋਂ ਦਰਸ਼ਨ ਹੋਣੇ ਨੇ ਪ੍ਰਤੱਖ, ਉਸ ਵੇਲੇ ਝੱਲਣਾ ਬੜਾ ਔਖਾ ਹੈ। ਪੰਡਤ ਜੀ ਆਗਿਆ ਲੈ ਕੇ ਉੱਥੋਂ ਖਿਸਕ ਗਏ ਸਨ, ਪਰ ਫਿਰ ਵੀ ਮਹਾਰਾਜ ਉਹਨਾਂ ਦਾ ਦਿਲ ਰੱਖਣ ਲਈ ਕਹਿ ਰਹੇ ਨੇ ਕਿ ਤੁਹਾਡੀ ਕਿਰਪਾ ਨਾਲ ਇਹ ਸਾਰੇ ਕਾਰਜ ਸਿੱਧ ਹੋ ਗਏ ਨੇ। ਇਤਿਆਦਿਕ ਸਭ ਭਨਿਓ ਪ੍ਰਸੰਗ। ਇਸ ਤਰ੍ਹਾਂ ਸਾਰੇ ਬਚਨ ਬਿਲਾਸ ਹੋਏ। ਸੁਣ ਕੇ ਸਭ ਚਿਤ ਆਨੰਦ ਸੰਗ। ਸੁਣ ਕੇ ਕੇਸੋ ਦਾਸ ਬੜਾ ਖੁਸ਼ ਹੋਇਆ। ਧੰਨ ਧੰਨ ਤੁਮ ਸਤਿਗੁਰ ਪੂਰੇ। ਮਹਾਰਾਜ ਤੁਸੀਂ ਧੰਨ ਹੋ ਸਤਿਗੁਰੂ ਜੀ। ਪਿਖ ਪਰਮੇਸ਼ਵਰੀ ਦਰਸ਼ਨ ਰੂਰੇ। ਤੁਸੀਂ ਪਰਮੇਸ਼ਰੀ ਅਕਾਲ ਪੁਰਖ ਦੀ ਸ਼ਕਤੀ ਦਾ ਸੁੰਦਰ ਸਰੂਪ ਦੇਖਿਆ ਹੈ। ਇਸ ਪ੍ਰਕਾਰ ਨਹਿ ਕਿਨਹੋ ਨਿਹਾਰੀ। ਮਹਾਰਾਜ ਜਿਵੇਂ ਤੁਸੀਂ ਪਰਮੇਸ਼ਰ ਦੀ ਸ਼ਕਤੀ ਦਾ ਦਰਸ਼ਨ ਕੀਤਾ ਨਾ, ਏਦਾਂ ਪਿਛਲੇ ਯੁੱਗਾਂ 'ਚ ਵੀ ਕਿਸੇ ਨੂੰ ਦਰਸ਼ਨ ਨਹੀਂ ਹੋਇਆ। ਇਹ ਸਿਰਫ ਤੁਸੀਂ ਹੋ ਦੇ ਦਰਸ਼ਨ ਕਰ ਲਏ। ਸਾਧ ਸੰਗਤ ਜੀ, ਕੌਣ ਹੈ ਜਿਹੜਾ ਚੰਡੀ ਨੂੰ ਆਪਣੇ 4 ਪੁੱਤਰ ਭੇਟਾ ਕਰ ਸਕਦਾ ਹੈ? ਕੌਣ ਹੈ ਜਿਹੜਾ ਆਪਣੇ ਪਿਤਾ ਨੂੰ ਸ਼ਹੀਦ ਕਰਾ ਸਕਦਾ ਹੈ? ਕੌਣ ਹੈ ਜਿਹੜਾ ਆਪਣੇ ਸੁੱਖਾਂ ਨੂੰ ਤਿਲਾਂਜਲੀ ਦੇ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਭੁੰਜੇ ਸੌਂ ਸਕਦਾ ਹੈ? ਕੌਣ ਹੈ ਜਿਹੜਾ ਦੁਖੀ ਹਿੰਦੀਆਂ ਦੇ ਧਰਮ ਨੂੰ ਬਚਾਉਣ ਲਈ ਆਪਣਾ ਸਰਬੰਸ ਦਾਨ ਕਰ ਸਕਦਾ ਹੈ? ਇਸ ਕਰਕੇ ਇਹ ਚੰਡੀ ਦੇ ਦਰਸ਼ਨ ਜੇ ਕੀਤੇ ਨੇ ਤਾਂ ਕਲਗੀਆਂ ਵਾਲੇ ਨਹੀਂ ਕੀਤੇ ਨੇ। ਹੋਰ ਤਾਂ ਸਾਰੇ ਆਪਣੇ ਡਰ ਦੇ ਨਾਲ ਹੀ ਦਿਨ ਕੱਟ ਕੇ ਚਲੇ ਗਏ। ਪਹਾੜੀ ਰਾਜਿਆਂ ਕੋਲ, ਰਾਜਪੂਤ ਹਿੰਦੂ ਰਾਜਿਆਂ ਕੋਲ ਤਾਕਤ ਘੱਟ ਨਹੀਂ ਸੀ, ਪਰ ਔਰੰਗਜ਼ੇਬ ਦੇ ਸਾਹਮਣੇ ਨਹੀਂ ਕੁਸਕੇ। ਰਾਜਪੂਤਾਨੇ ਦੇ ਰਾਜਪੂਤ ਰਾਜੇ ਉਹ ਵੀ ਸਿਰ ਨੀਵਾਂ ਕਰਕੇ ਆਪਣਾ ਟਾਈਮ ਟਪਾ ਗਏ। ਕੋਈ ਸੂਰਮਾ ਹੀ ਸੀ ਜਿਹੜਾ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਤਰ੍ਹਾਂ ਨਿਤਰਿਆ ਹੋਵੇ, ਨਹੀਂ ਉਹਨਾਂ ਵਰਗਾ ਕੋਈ ਹੋਇਆ। ਸਾਧ ਸੰਗਤ ਜੀ, ਆਪਣੇ ਰਾਜ ਲਈ ਕਈ ਲੜੇ ਹਨ, ਪਰ 10ਵੇਂ ਪਾਤਸ਼ਾਹ ਸਿਰਫ ਤੇ ਸਿਰਫ ਧਰਮ ਲਈ ਲੜੇ ਹਨ। ਕੋਈ ਨਾ ਜਰ ਲਈ ਲੜੇ ਹਨ, ਨਾ ਜੋਰੂ ਲਈ ਲੜੇ ਹਨ, ਨਾ ਜ਼ਮੀਨ ਲਈ ਲੜੇ ਹਨ। ਮਹਾਰਾਜ ਤਾਂ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਅਵਤਾਰੀ। ਪੰਡਤ ਕੇਸੋ ਦਾਸ ਕਹਿ ਰਿਹਾ, ਮਹਾਰਾਜ ਤੁਸੀਂ ਸ਼ਕਤੀ ਸਹਿਤ ਵੱਡੇ ਅਵਤਾਰੀ ਪੁਰਸ਼ ਕਲਯੁਗ ਦੇ ਵਿੱਚ ਪ੍ਰਗਟ ਹੋਏ ਹੋ। ਕਸ਼ਟ ਅਨੇਕ ਸਹਿ ਕੇ ਤਪ ਘਾਲਾ। ਅਨੇਕਾਂ ਕਸ਼ਟ ਸਹਿ ਕੇ ਤਪ ਕੀਤਾ ਹੈ। ਅਮਰ ਜਗ ਜਿਨ ਕੀਏ ਵਿਸਾਲਾ। ਔਰ ਬੜੇ ਬੜੇ ਹਮਨ ਤੇ ਜਗ ਕੀਤੇ ਹਨ ਮਹਾਰਾਜ। ਜਪ ਕੋ ਜਾਪਤ ਬਹਿਸ ਬਿਤਾਈ। ਔਰ ਜਪ ਨੂੰ ਜਪਦਿਆਂ ਜਿਨ੍ਹਾਂ ਲੋਕਾਂ ਨੇ ਬੜੀ ਉਮਰ ਗੁਜ਼ਾਰ ਦਿੱਤੀ ਸੀ, ਕਿਨੋ ਨਾ ਇਮ ਦੇਖੀ ਜਗ ਮਾਈ। ਬੜੇ ਬੜੇ ਤਪਸਵੀਆਂ ਨੂੰ ਇਸ ਤਰ੍ਹਾਂ ਜਗਤ ਮਾਤ ਚੰਡਕਾ ਦੇ ਦਰਸ਼ਨ ਨਹੀਂ ਹੋਏ। ਉੱਦਾਂ ਕਿਸੇ ਨੂੰ ਆਕਾਸ਼ਬਾਣੀ ਰਾਹੀਂ, ਕਿਸੇ ਨੂੰ ਸੁਪਨ ਦਰਸ਼ਨ ਹੋਏ ਹੋਣਗੇ, ਪਰ ਮਹਾਰਾਜ ਜਿਵੇਂ ਤੁਸੀਂ ਪ੍ਰਤੱਖ ਦਰਸ਼ਨ ਕਰ ਲਏ ਨੇ,
ਏਦਾਂ ਨਹੀਂ ਕਿਸੇ ਨੇ ਦਰਸ਼ਨ ਕੀਤੇ। ਕਲੀ ਕਾਲ ਮਹਿ ਦਰਸ਼ਨ ਭਇਓ। ਔਰ ਉਹ ਵੀ ਕਲਯੁਗ ਦੇ ਸਮੇਂ ਵਿੱਚ। ਚਲੋ ਸਤਯੁਗ ਵਿੱਚ ਤਾਂ ਗੱਲ ਹੋਰ ਸੀ, ਲੋਕ ਧਰਮੀ ਸੀ, ਪਰ ਕਲਯੁਗ ਦੇ ਵਿੱਚ ਮਹਾਰਾਜ ਦਰਸ਼ਨ ਹੋਣੇ ਬੜਾ ਨਥੀਓ। ਤੁਹਾਡੇ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ ਹੈ ਜਿਸ ਨੇ ਅਕਾਲ ਪੁਰਖ ਦੇ ਸ਼ਕਤੀ ਦੇ ਪ੍ਰਤੱਖ ਦਰਸ਼ਨ ਕੀਤੇ ਹਨ। ਸੋਢ ਬੰਸ ਅਵਤੰਸ ਵਿਸਾਲੇ। ਆਪ ਸੋਢੀ ਕੁਲ ਦੇ ਦੀਪਕ ਹੋ ਸੱਚੇ ਪਾਤਸ਼ਾਹ, ਸੋਢੀ ਕੁਲ ਨੂੰ ਰੁਸ਼ਨਾ ਦਿੱਤਾ ਹੈ। ਮਹਿਮਾ ਕਹੀਏ ਇਸ ਕਾਲੇ। ਮਹਾਰਾਜ ਤੁਹਾਡੀ ਕਿਹੜੀ ਕਿਹੜੀ ਮਹਿਮਾ ਇਸ ਵੇਲੇ ਕਹੀਏ। ਅਬ ਚੱਲ ਆਨੰਦਪੁਰੇ ਆਨੰਦ। ਹੁਣ ਮਹਾਰਾਜ ਚਲੋ ਆਨੰਦਪੁਰ ਸਾਹਿਬ ਵਿੱਚ ਆਨੰਦ ਮਾਣੋ। ਨਿਜ ਦੀਨਨ ਦੇਹੁ ਦਾਨ ਬਿਲੰਦ। ਗਰੀਬਾਂ ਨੂੰ, ਨਿਮਾਣਿਆਂ ਨੂੰ, ਬ੍ਰਾਹਮਣਾਂ ਨੂੰ ਤੇ ਹੋਰ ਲੋੜਵੰਦਾਂ ਨੂੰ ਦਾਨ ਦਕਸ਼ਨਾ ਦਿਓ। ਪੂਰਨ ਭਈ ਸਗਲ ਅਭਿਲਾਖਾ। ਆਪ ਜੀ ਦੀ ਸਾਰੀ ਇੱਛਾ ਪੂਰਨ ਹੋ ਗਈ ਹੈ। ਮਹਾ ਮਹਾਤਮ ਇਮਦੇ ਚ ਭਾਖਾ। ਇਸ ਤਰ੍ਹਾਂ ਪੰਡਿਤ ਕੇਸੋ ਦਾਸ ਨੇ 10ਵੇਂ ਪਾਤਸ਼ਾਹ ਦਾ ਮਹਾਤਮ, ਚੰਡੀ ਦੇ ਪ੍ਰਗਟ ਹੋਣ ਦਾ ਮਹਾਤਮ ਦੱਸਿਆ। ਤੇ ਸਾਥਨਾਥ ਤਬ ਚਲੇ। ਕੇਸੋ ਦਾਸ ਨੂੰ ਨਾਲ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਚੱਲ ਪਏ। ਵਰਤੇ ਉਤਰਤ ਭੇ ਤਲੇ। ਔਰ ਸਾਧ ਸੰਗਤ ਜੀ ਪਹਾੜ ਤੋਂ ਥੱਲੇ ਉਤਰੇ ਹਨ। ਬਦਨ ਵਿਸ਼ਾਲ ਲਾਲ ਹੋਏ ਰਹਿਓ। ਚਿਹਰਾ ਬਹੁਤ ਲਾਲ ਸੁਰਖ ਹੈ ਇਸ ਵੇਲੇ ਮਹਾਰਾਜ ਦਾ, ਨੂਰੋ ਨੂਰ ਹੋਇਆ ਪਿਆ ਹੈ। ਜੋ ਕਿਸ ਹੂੰ ਤੇ ਜਾਤ ਨਾ ਲਹਿਓ। ਤੇ ਕਿਸੇ ਕੋਲੋਂ ਵੀ ਉਹ ਚਿਹਰਾ ਤੱਕਿਆ ਨਹੀਂ ਜਾਂਦਾ ਨੇਤਰ ਭਰ ਕੇ। ਜਿਹੜਾ ਵੀ ਚਿਹਰੇ ਵੱਲ ਦੇਖਦਾ ਤਪ ਤੇਜ ਦੇਖ ਕੇ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ। ਇਤਨਾ ਬੱਬਰ ਸ਼ੇਰ ਦਸ਼ਮੇਸ਼ ਦਾ ਖੌਫ ਮਾਰੇ ਕੋਈ ਅੱਖ ਉਠਾ ਵੀ ਸਕਿਆ ਨਾ, ਕੋਈ ਉਹਨਾਂ ਦੇ ਸਾਹਮਣੇ ਅੱਖ ਨਹੀਂ ਉਠਾ ਸਕਿਆ। ਅੱਜ ਬੱਬਰ ਸ਼ੇਰ ਵਰਗੇ ਲੱਗਦੇ ਹਨ ਤੇ ਵਾਪਸ ਸਹਿਜੇ ਸਹਿਜੇ ਆਪਣੀ ਨਗਰੀ, ਗੁਰੂ ਕੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਉਣਗੇ। ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ।